ਅੱਜ ਪੰਜਾਬ ਭਰ ਚੋਂ ਵਿਦਿਆਰਥੀ ਜਥੇਬੰਦੀਆਂ ਆਪਣੀ ਰੋਸ ਰੈਲੀ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅੱਗੇ ਪਹੁੰਚੀਆਂ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਤੇ ਇਸ ਤੋਂ ਇਲਾਵਾ ਸਿੱਖਿਆ ਦੇ ਨਿੱਜੀਕਰਨ ਖਿਲਾਫ ਵੀ ਵਿਦਿਆਰਥੀ ਜਥੇਬੰਦੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ। ਉਹ ਮੰਗਾਂ ਕੀ ਨੇ, ਆਓ ਇੱਕ ਨਜ਼ਰ ਮਾਰਦੇ ਹਾਂ ਉਹਨਾਂ ਤੇ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਪ੍ਰਵਾਸੀ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਸਫਰ। ਇਸ ਵੇਲੇ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਬਿਲਡਿੰਗ ਦੇ ਅੱਗੇ ਖੜੇ ਹਾਂ, ਜਿੱਥੇ ਅੱਜ ਯੂਨੀਵਰਸਿਟੀਆਂ ਦੇ ਵੱਖ-ਵੱਖ ਕਾਲਜਾਂ ਦੇ ਜਿਹੜੇ ਨੌਜਵਾਨ ਨੇ ਉਹ ਇੱਥੇ ਰੋਸ ਰੈਲੀ ਕੱਢਣ ਆਏ ਨੇ। ਉਹਨਾਂ ਦੀਆਂ ਕੁਝ ਮੰਗਾਂ ਨੇ, ਆਪਾਂ ਉਹ ਮੰਗਾਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜਿਹੜੇ ਮੁਰਦਾਬਾਦ ਦੇ ਨਾਅਰੇ ਲਾਏ ਜਾ ਰਹੇ ਨੇ, ਉਹ ਸਿੱਖਿਆ ਦਾ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਉਹਨੂੰ ਲੈ ਕੇ ਲਾਏ ਜਾ ਰਹੇ ਨੇ। ਸਾਡੇ ਨਾਲ ਅਮਨ ਨੇ, ਤੁਸੀਂ ਇਹਨਾਂ ਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਵੱਖ-ਵੱਖ ਪਲੇਟਫਾਰਮਾਂ ਤੇ ਸਥਾਨਾਂ ਤੇ ਦੇਖਿਆ ਹੋਵੇਗਾ, ਕਿਸਾਨਾਂ ਦੇ ਨਾਲ ਖੜੇ ਦੇਖਿਆ ਹੋਵੇਗਾ, ਆਪਣੀ ਜਿਹੜੀ ਆਵਾਜ਼ ਆ ਬੁਲੰਦ ਕਰਦੇ ਦੇਖਿਆ। ਅਮਨ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਬਹੁਤ ਧੰਨਵਾਦ ਜੀ। ਕਿਉਂ ਲੋੜ ਪੈ ਗਈ ਅੱਜ? ਪਹਿਲਾਂ ਹੀ ਇੱਥੇ ਅਧਿਆਪਕ ਬੈਠੇ ਨੇ, ਕੀ ਲੋੜ ਪੈ ਗਈ ਕਿ ਸਟੂਡੈਂਟਾਂ ਨੂੰ ਵੀ ਇੱਥੇ ਆਉਣਾ ਪੈ ਗਿਆ? ਦੇਖੋ ਜੀ, ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਬਾਦਲ ਵੀ ਰਹੇ ਨੇ, ਕੈਪਟਨ ਵੀ ਰਿਹਾ ਵਾ, ਮਤਲਬ ਅੱਡ-ਅੱਡ ਸਰਕਾਰਾਂ ਬਦਲਦੀਆਂ ਰਹੀਆਂ, ਪਰ ਕਿਸੇ ਵੀ ਸਰਕਾਰ ਨੇ ਕਦੇ ਸਰਕਾਰੀ ਪੋਸਟਾਂ ਨੇ ਜਿਹੜੀਆਂ ਪੱਕੇ ਅਧਿਆਪਕਾਂ ਦੀਆਂ ਪੋਸਟਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹ ਕੱਢੀਆਂ ਨਹੀਂ। ਤਰਾਸਦੀ ਇਹ ਆ ਵੀ ਇੱਥੇ 3 ਕਰੋੜ ਦੀ ਆਬਾਦੀ ਹੈ ਲਗਭਗ ਪੰਜਾਬ ਦੀ, ਤੇ ਉਹਦੇ ਪਿੱਛੇ ਸਰਕਾਰੀ ਕਾਲਜ ਸਿਰਫ 47 ਨੇ। ਹਰਿਆਣੇ ਦੇ, ਹਿਮਾਚਲ ਦੇ ਆਪਣੇ ਨਾਲੋਂ 2 ਗੁਣਾ 4 ਗੁਣਾ ਨੇ, ਉਹਨਾਂ ਦੀ ਆਬਾਦੀ ਬਹੁਤ ਘੱਟ ਹੈ ਤੇ ਉੱਥੇ ਭਰਤੀਆਂ ਹੁੰਦੀਆਂ ਵੀ ਨੇ ਲਗਾਤਾਰ। ਕਿਉਂ ਇਹੋ ਜਿਹਾ ਹਾਲ ਪੰਜਾਬ ਦੇ ਵਿੱਚ ਹੀ ਕੀਤਾ ਜਾ ਰਿਹਾ? ਜਦੋਂ ਲਵਲੀ ਵਰਗੀਆਂ, ਚਿਤਕਾਰੇ ਵਰਗੀਆਂ, ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਧੜਾ ਧੜ ਪ੍ਰਾਈਵੇਟ ਯੂਨੀਵਰਸਿਟੀਆਂ ਖੋਲੀਆਂ ਜਾ ਰਹੀਆਂ ਨੇ, ਸਰਕਾਰੀ ਕਾਲਜਾਂ ਯੂਨੀਵਰਸਿਟੀਆਂ ਦੀਆਂ ਗ੍ਰਾਂਟਾਂ ਖਤਮ ਕੀਤੀਆਂ ਜਾ ਰਹੀਆਂ, ਸਰਕਾਰੀ ਅਧਿਆਪਕਾਂ ਦੀਆਂ ਅਸਾਮੀਆਂ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ। ਹੁਣ ਇਸ ਵੇਲੇ 1800 ਕੁਛ ਪੋਸਟਾਂ ਨੇ, ਉਹਦੇ ਵਿੱਚੋਂ ਸਿਰਫ 350 ਪੋਸਟਾਂ ਭਰੀਆਂ ਹੋਈਆਂ ਨੇ, ਬਾਕੀ ਸਾਰੀਆਂ ਖਾਲੀ ਪਈਆਂ ਨੇ। ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਪੱਕੇ ਅਧਿਆਪਕ ਸਿਰਫ 11 ਨੇ 47 ਕਾਲਜਾਂ 'ਚ। ਹੁਣ ਸੋਚੋ ਵੀ ਇਹ ਜੇ ਪੜ੍ਹਾਈ ਦਾ ਪੱਧਰ ਤੇ ਹਾਲ ਕੀ ਹੋਊਗਾ। ਫੀਸਾਂ ਤਾਂ ਆਏ ਸਾਲ ਵਾਧਾ ਕਰਨ ਦੀਆਂ ਗੱਲਾਂ ਚੱਲ ਜਾਂਦੀਆਂ ਨੇ, ਪਰ ਫਿਰ ਜੇ ਫੀਸਾਂ ਵਧਾ ਦਿੱਤੀਆਂ ਜਾਂਦੀਆਂ ਨੇ, ਕਲਾਸਾਂ ਦੇ ਵਿੱਚ ਜੇ ਪ੍ਰੋਫੈਸਰ ਹੀ ਨਹੀਂ ਹੈਗੇ ਜਾਂ ਲੈਕਚਰਰ ਹੀ ਨਹੀਂ ਹੈਗੇ ਤਾਂ ਨਿਆਣੇ ਕਿੱਥੇ ਜਾਣਗੇ? ਉਹ ਫਿਰ ਗੈਸਟ ਫੈਕਲਟੀਆਂ ਰੱਖੀਆਂ ਨੇ ਤਾਂ ਕਿ ਘੱਟ ਤਨਖਾਹਾਂ ਤੇ ਉਹਨਾਂ ਤੋਂ ਕੰਮ ਕਰਾਇਆ ਜਾਵੇ। ਉਹ ਰਿਸਰਚ ਸਕਾਲਰਾਂ ਤੋਂ ਕੰਮ ਕਰਾਇਆ ਜਾਂਦਾ। ਸਾਡੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਇਹੀ ਹਾਲ ਹੋ ਰਿਹਾ ਵੀ ਪੱਕੀਆਂ ਭਰਤੀਆਂ ਨਹੀਂ, ਅਸੀਂ ਗੈਸਟ ਫੈਕਲਟੀਆਂ ਦੇ ਰਾਹੀਂ ਕੰਮ ਕਰਾ ਲਾਂਗੇ, ਜਿੱਥੇ ਅਸੀਂ ਇੱਕ ਅਧਿਆਪਕ ਨੂੰ ਜਿੰਨੀ ਤਨਖਾਹ ਦੇਣੀ ਉਨੀ 'ਚ 4 ਰੱਖ ਲਾਂਗੇ। ਹੁਣ ਸਮੱਸਿਆ ਤੇ ਇਹ ਹੈ ਵੀ ਨੈਟ ਕਰਨਾ, PhD ਕਰਨਾ 5-5 ਸਾਲਾਂ ਦੀ ਜ਼ਿੰਦਗੀ ਦੇ ਗੱਲ ਨੇ, ਉਸ ਤੋਂ ਬਾਅਦ ਤੁਹਾਡੇ ਹੱਥ ਵੀ ਨਾ ਕੁਛ ਲੱਗੇ, ਮਤਲਬ ਉਹ ਨੌਜਵਾਨਾਂ ਦੇ ਅੰਦਰ ਨਿਰਾਸ਼ਾ ਕਿੱਡੀ ਹੋਊਗੀ। ਇੱਥੇ ਸਿਰਫ ਅੱਜ ਇੱਕ ਸੰਕੇਤਕ ਧਰਨਾ ਹੈ, ਪਰ ਏਡੀ ਹੀ ਵੱਡੀ ਗਿਣਤੀ ਨੌਜਵਾਨ ਨੇ ਜਿਹੜੇ ਤੋਂ ਕਈ ਗੁਣਾ ਜ਼ਿਆਦਾ ਬੇਰੁਜ਼ਗਾਰ। ਤੁਸੀਂ ਪਟਵਾਰੀ ਦੇ ਪੇਪਰ ਵੇਲੇ ਦੇਖਿਆ ਹੋਣਾ, ਉਹਨਾਂ ਵਿੱਚੋਂ ਬਹੁਤ ਸਾਰੇ ਨੈਟ ਪਾਸ ਵੀ ਨੌਜਵਾਨ ਉੱਥੇ ਪਹੁੰਚੇ ਨੇ, PhDਆਂ ਕਰ ਰਹੇ ਨੌਜਵਾਨ ਪਹੁੰਚੇ ਨੇ, ਵੀ ਜਿੱਥੇ ਦਾ ਲੱਗਦਾ ਖੁਦ ਦੇ ਬ੍ਰਦਰ ਮਾਸਟਰ ਡਿਗਰੀ ਕਰਕੇ, ਬਿਲਕੁਲ, ਮਤਲਬ ਜਿੱਥੇ ਦਾ ਲੱਗਦਾ ਉੱਥੇ ਲਾਵੇ, ਕਿਉਂਕਿ ਨੌਜਵਾਨਾਂ ਦੇ ਹੱਥਾਂ 'ਚ ਅੱਜ ਰੁਜ਼ਗਾਰ ਹੀ ਨਹੀਂ ਹੈ। ਤਾਂ ਉਹ ਜਿਹੜੀ ਲੱਖਾਂ ਕਰੋੜਾਂ ਦੀ ਭੀੜ ਜਦੋਂ ਸੜਕਾਂ ਤੇ ਇਸ ਵੇਲੇ ਟੈਸਟਾਂ ਵੇਲੇ ਨਿਕਲਦੀ ਹੈ, ਤਾਂ ਅੱਜ ਉਸ ਭੀੜ ਨੂੰ ਸੜਕਾਂ ਤੇ ਆਪਣੀਆਂ ਮੰਗਾਂ ਮਸਲਿਆਂ ਲਈ ਉਤਰਨਾ ਪੈਣਾ ਵਾ। ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਮਸਲਾ ਇਹ ਵੀ ਉੱਠਿਆ ਸੀ, ਜਿਹੜੇ ਗੈਸਟ ਫੈਸਿਲਿਟੀ ਦੇ ਪ੍ਰੋਫੈਸਰ ਪੜ੍ਹਾਉਂਦੇ ਨੇ ਵੀ ਉਹਨਾਂ ਦੇ ਜਿਹੜੇ ਸਟੇਸ਼ਨ ਨੇ ਬਦਲੇ ਜਾ ਰਹੇ ਨੇ, ਦੂਰ ਦਿੱਤੇ ਜਾ ਰਹੇ ਨੇ। ਇਸ ਚੀਜ਼ ਨੂੰ ਕਿਵੇਂ ਦੇਖਦੇ? ਮਤਲਬ ਇਹ ਤਾਂ ਸਰਕਾਰ ਨੂੰ, ਹੁਣ ਇੰਨੇ ਸਰਕਾਰੀ ਕਾਲਜ ਨੇ, ਸਰਕਾਰੀ ਕਾਲਜ ਖੋਲ੍ਹਣੇ ਚਾਹੀਦੇ ਨੇ ਤਾਂ ਕਿ ਜਿਹੜਾ ਜਿੱਥੇ ਰਹਿੰਦਾ ਉਹਨੂੰ ਉੱਥੇ ਪੋਸਟਾਂ ਦਿੱਤੀਆਂ ਜਾਣ। ਪਰ ਸਰਕਾਰ ਤਾਂ ਚਾਹੁੰਦੀ ਆ ਵੀ ਪਹਿਲਾਂ ਤਾਂ ਤੁਹਾਨੂੰ ਅਸੀਂ ਅੱਡੀਆਂ ਰਗੜਵਾ ਕੇ ਨੌਕਰੀਆਂ ਦੇਣੀਆਂ, ਫਿਰ ਉਹ ਨੌਕਰੀਆਂ ਦੇ ਵਿੱਚ ਵੀ ਤੁਹਾਨੂੰ ਅਸੀਂ ਵੱਧ ਤੋਂ ਵੱਧ ਕਿਵੇਂ ਤੰਗ ਕਰ ਸਕਦੇ ਹਾਂ, ਇਸ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ ਸਰਕਾਰ ਵੱਲੋਂ। ਆਪਦੇ ਚਹੇਤਿਆਂ ਦੀਆਂ, ਆਪਦੇ ਜਿਹੜੇ ਸਿਫਾਰਸ਼ਾਂ ਦੇ ਨਾਲ ਤਾਂ ਵੱਡਿਆਂ ਨੂੰ ਵੀ ਨੌਕਰੀਆਂ ਵੀ ਮਿਲ ਜਾਂਦੀਆਂ ਤੇ ਉਹਨਾਂ ਨੂੰ ਉਹਦੇ ਮਨਪਸੰਦ ਦੀ ਪੋਸਟਾਂ ਵੀ ਮਿਲ ਜਾਂਦੀਆਂ ਨੇ। ਕਿਉਂ ਇਹਨਾਂ ਨੂੰ ਬਰਦਾਸ਼ਤ ਸਿਰਫ ਉਹੀ ਨਹੀਂ ਹੁੰਦੇ ਜਿਹੜੇ ਸੰਘਰਸ਼ ਕਰਦੇ ਨੇ, ਜਿਹੜੇ ਲੋਕ ਬੋਲਦੇ ਨੇ। ਹਾਂਜੀ, ਰੋਸ ਰੈਲੀ ਹੀ ਕਰੋਗੇ ਜਾਂ ਇਸ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਤਿੱਖਾ ਜਾਂ ਪੀੜਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ? ਨਹੀਂ, ਅੱਜ ਸਿਰਫ ਇਹਦੀ ਇੱਕ ਚੇਤਾਵਨੀ ਹੈ। ਮੰਗ ਪੱਤਰ ਦੇਣ ਇੱਥੇ DPI ਦਫ਼ਤਰ ਪਹੁੰਚੇ ਹਾਂ ਅਸੀਂ। ਇਹ ਸ਼ੁਰੂਆਤ ਹੈ, ਇਹ ਸੰਘਰਸ਼ ਦਾ ਪਿੜ ਸ਼ੁਰੂ ਹੋਇਆ ਇੱਥੋਂ। ਲੜਾਈ ਬਹੁਤ ਲੰਬੀ ਹੈ ਤੇ ਲੜਾਈ ਅੱਗੇ ਵੱਡੇ ਤਿੱਖੇ ਰੂਪਾਂ ਦੇ ਵਿੱਚ ਜਾਰੀ ਕਰਾਂਗੇ। ਤੁਸੀਂ ਸਟੂਡੈਂਟਾਂ ਨੂੰ ਮਿਲਦੇ ਰਹਿੰਦੇ ਹੋ, ਕਾਲਜਾਂ ਦੇ, ਪੰਜਾਬ ਦੇ ਜਿਹੜੇ ਕਾਲਜਾਂ ਦੇ ਨੇ, ਸਰਕਾਰੀ ਕਾਲਜ ਨੇ, ਉਹਨਾਂ ਦੇ ਇਸ ਵੇਲੇ ਜਿਹੜੇ ਜ਼ਮੀਨੀ ਹਾਲਾਤ ਨੇ ਪੜ੍ਹਾਈ ਨੂੰ ਲੈ ਕੇ, ਪ੍ਰਬੰਧਾਂ ਨੂੰ ਲੈ ਕੇ, ਉਹ ਕਿਹੋ ਜਿਹੇ ਨੇ? ਹਾਲ ਤੁਸੀਂ ਉਹੀ ਆਪ ਹੀ ਸੋਚੋ ਵੀ ਸਰਕਾਰੀ ਕਾਲਜ ਨੇ ਜਿਹੜੇ, ਕਈ ਸਰਕਾਰੀ ਕਾਲਜਾਂ ਦੇ ਵਿੱਚ ਇੱਕ ਵੀ ਪੱਕਾ ਅਧਿਆਪਕ ਨਹੀਂ। 11 ਇਹੋ ਜਿਹੇ ਕਾਲਜ ਨੇ ਜਿੱਥੇ ਕੋਈ ਵੀ ਪੱਕਾ ਅਧਿਆਪਕ ਨਹੀਂ ਹੈਗਾ ਤੇ ਉੱਥੇ ਪ੍ਰਿੰਸੀਪਲ ਵੀ ਨਹੀਂ। ਹੁਣੇ ਥੋੜੀ ਦੇਰ ਪਹਿਲਾਂ ਕਹਿੰਦੇ ਕਿ ਪ੍ਰਿੰਸੀਪਲ ਵੀ ਨਹੀਂ ਹੈਗੇ। ਜੇ ਪ੍ਰਿੰਸੀਪਲ ਦੀ ਹੀ ਨਿਯੁਕਤੀ ਹੈ ਨਹੀਂ ਤਾਂ ਦੇਖਣਾ ਕਿਹਨੇ ਉਸ ਕਾਲਜ ਨੂੰ? ਮਤਲਬ ਇਹ ਜੀ ਥਾਂ ਤੇ ਸਿੱਖਿਆ ਦਾ ਪੱਧਰ ਵੀ ਕੀ ਹੋਊਗਾ, ਹਾਲ ਵੀ ਕੀ ਹੋਊਗਾ। ਸਰਕਾਰੀ ਬਿਲਡਿੰਗਾਂ, ਗ੍ਰਾਂਟਾਂ ਨਾ ਹੋਣ ਕਰਕੇ ਤਾਂ ਪਹਿਲਾਂ ਹੀ ਬੁਰਾ ਹਾਲ ਹੈ ਉਹਨਾਂ ਦਾ। ਫੀਸਾਂ ਲਗਾਤਾਰ ਵਧਣ ਕਰਕੇ ਇੱਕ ਸੈਕਸ਼ਨ ਕਾਲਜਾਂ ਤੋਂ ਦੂਰ ਵੀ ਹੋਇਆ ਵਾ, ਤੇ ਜਿਹੜਾ ਪੜ੍ਹ ਵੀ ਰਿਹਾ
ਆ ਉਹਦੀ ਵੀ ਕੋਈ ਪੱਧਰ ਮਿਆਰ ਕੋਈ ਬਹੁਤਾ ਉੱਚਾ ਨਹੀਂ ਹੈਗਾ। ਇਹ ਸਾਡੇ ਸਾਹਮਣੇ ਹੈ ਵੀ ਅੱਜ ਨੌਜਵਾਨ ਆ ਜਿਹੜੇ ਉਹਨਾਂ ਦੀਆਂ ਹਾਲਤਾਂ ਬਹੁਤ ਹੀ ਨਿਰਾਸ਼ਾ ਦੇ ਵਿੱਚ ਬਹੁਤੇ ਜਾ ਰਹੇ ਨੇ। ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਹਾਲ ਤੇ ਹੀ ਛੱਡਿਆ ਜਾ ਰਿਹਾ। ਬਿਲਕੁਲ, ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਇਲਟਸ ਕਰ ਲਓ ਬਸ ਸਿੱਧਾ। ਇੱਕ ਸਰਕਾਰ ਤਾਂ ਇਸ ਤਰ੍ਹਾਂ ਨਾਲ ਨੌਜਵਾਨਾਂ ਨੂੰ ਕਹਿ ਹੀ ਰਹੀ ਹੈ ਨਾ ਵੀ ਦੇਖੋ ਤੁਸੀਂ ਨੈਟ ਕਰ ਲਓ, PhDਆਂ ਕਰ ਲਓ, ਤੁਸੀਂ ਆਪਦੀ ਜ਼ਿੰਦਗੀ ਦੀ ਸਭ ਤੋਂ ਉੱਚੀਆਂ ਪੜ੍ਹਾਈਆਂ ਕਰ ਲਓ, ਪਰ ਸਾਡੇ ਕੋਲ ਤੁਹਾਡੇ ਲਈ ਰੁਜ਼ਗਾਰ ਨਹੀਂ ਹੈਗਾ। ਇਹਦਾ ਮਤਲਬ ਇਹ ਹੈ ਵੀ ਤੁਸੀਂ ਉਹੀ ਜਿਹੜਾ ਪੈਸਾ ਤੁਸੀਂ ਇੱਧਰ ਲਾਉਣਾ ਵਾ ਜਾਂ ਇਹ ਤੋਂ ਬਿਨਾਂ ਤੁਸੀਂ ਆਪਦੇ ਹੋਰ ਪੈਸੇ ਆਪਦੇ ਪੱਲਿਓਂ ਲਾ ਕੇ ਬਾਹਰਲੇ ਮੁਲਕਾਂ ਨੂੰ ਭੱਜ ਜਾਓ, ਸਾਨੂੰ ਤੁਹਾਡੇ ਰੁਜ਼ਗਾਰ। ਮੰਗ ਪੱਤਰ ਦੇਣ ਜਾ ਰਹੇ ਹੋ, ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਅਹਿਮ ਮੰਗਾਂ ਨੇ ਉਹ ਕੀ ਰਹਿਣਗੀਆਂ? ਉਹ ਅਹਿਮ ਮੰਗਾਂ ਇਹੀ ਨੇ ਵੀ ਜਿਹੜੀਆਂ 25 ਸਾਲਾਂ ਤੋਂ ਭਰਤੀਆਂ ਕੱਢੀਆਂ ਨਹੀਂ ਗਈਆਂ ਉਹਨਾਂ ਭਰਤੀਆਂ ਨੂੰ ਕੱਢਿਆ ਜਾਵੇ, ਗ੍ਰਾਂਟ ਇਨ ਏਡ ਵਾਲੀਆਂ ਭਰਤੀਆਂ ਕੀਤੀਆਂ ਜਾਣ। ਤੇ ਇਹ ਮਤਲਬ ਜਿਹੜੇ ਨੌਜਵਾਨ ਰੁਲ ਰਹੇ ਨੇ, ਇਹ ਮੁੱਖ ਤੌਰ ਤੇ ਭਰਤੀਆਂ ਦੀ ਮੰਗ ਹੈ ਵੀ ਉਹਨਾਂ ਸਾਰੀਆਂ ਪੱਕੀਆਂ ਜਿਹੜੀਆਂ ਅਸਾਮੀਆਂ ਨੇ ਉਹ ਕੱਢੀਆਂ ਜਾਣ ਤੇ ਹਰੇਕ ਸਬਜੈਕਟ ਦੇ ਵਿੱਚ ਜਿੰਨੀਆਂ ਵੀ ਅਸਾਮੀਆਂ ਖਾਲੀ ਪਈਆਂ ਨੇ ਉਹ ਸਾਰੀਆਂ ਤੁਰੰਤ ਤੌਰ ਤੇ ਜਾਰੀ ਕਰਕੇ ਉਹ ਭਰੀਆਂ ਜਾਣ। ਜੇ ਤੁਹਾਡੇ ਮੰਗ ਪੱਤਰ ਤੇ ਗੌਰ ਨਹੀਂ ਕੀਤੀ ਜਾਂਦੀ ਤਾਂ ਤੁਹਾਡੇ ਵੱਲੋਂ ਅੱਗੇ ਕਿੱਦਾਂ ਦੇ ਐਕਸ਼ਨ ਲਏ ਜਾਣਗੇ? ਦੇਖੋ ਜੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੋਰ ਕਮੇਟੀ ਬਣੀ ਹੋਈ ਹੈ, ਸਰਕਾਰੀ ਕਾਲਜ ਬਚਾਓ ਮੰਚ, ਉਹਦੀ ਕੋਰ ਕਮੇਟੀ ਹੈ। ਉਹਦੀ ਮੀਟਿੰਗਾਂ ਦੇ ਵਿੱਚ ਹੀ ਅਗਲੇ ਪ੍ਰੋਗਰਾਮ ਵਿੱਢਣ ਦਾ ਕੋਈ ਫੈਸਲਾ ਲਿਆ ਜਾਊਗਾ ਵੀ ਅੱਗੇ ਤਿੱਖੇ ਸੰਘਰਸ਼ ਜ਼ਰੂਰ ਕੀਤੇ ਜਾਣ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਇਹ ਸੀਗੇ ਸਾਡੇ ਨਾਲ ਯੂਨੀਵਰਸਿਟੀ ਤੋਂ ਅਮਨ। ਪਿਛਲੇ 25 ਸਾਲਾਂ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਲੈਕਚਰਰ ਨੇ ਜਾਂ ਪ੍ਰੋਫੈਸਰ ਨੇ ਉਹਨਾਂ ਦੀ ਭਰਤੀ ਹੀ ਨਹੀਂ ਕੀਤੀ ਗਈ। ਵਿਦਿਆਰਥੀ ਆਉਂਦੇ ਨੇ, ਕਲਾਸਾਂ ਦੇ ਵਿੱਚ ਬੈਠ ਕੇ ਚਲੇ ਜਾਂਦੇ ਨੇ, ਜਾਂ ਫਿਰ ਉੱਥੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਪੜ੍ਹਾ ਰਹੇ ਨੇ ਉਹ ਗੈਸਟ ਫੈਸਿਲਿਟੀ ਤੇ ਪੜ੍ਹਾ ਰਹੇ ਨੇ। ਜਿਹੜੇ ਯੂਨੀਵਰਸਿਟੀਆਂ ਦੇ ਵਿੱਚੋਂ ਪਾਸ ਆਊਟ ਹੁੰਦੇ ਨੇ ਜਿਹੜੇ ਵਿਦਿਆਰਥੀ ਨੇ ਉਹ ਪੜ੍ਹਾ ਰਹੇ ਨੇ, ਉਹਨਾਂ ਦੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਉੱਥੇ ਅੜੀਆਂ ਹੋਈਆਂ ਨੇ। ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਇਹ ਰੌਲਾ ਪਿਆ ਸੀਗਾ ਕਿ ਜਿਹੜੇ ਗੈਸਟ ਫੈਸਿਲਿਟੀ ਤੇ ਪੜ੍ਹਾ ਰਹੇ ਨੇ ਲੈਕਚਰਰ ਜਾਂ ਪ੍ਰੋਫੈਸਰ ਵਿਦਿਆਰਥੀ, ਉਹਨਾਂ ਦੇ ਸਟੇਸ਼ਨ ਬਦਲੇ ਜਾ ਰਹੇ ਨੇ ਧੱਕੇ ਦੇ ਨਾਲ। ਸਟੇਸ਼ਨ ਜਦੋਂ ਬਦਲੇ ਜਾਣਗੇ, ਪਹਿਲੀ ਗੱਲ ਤਾਂ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਨਹੀਂ ਹੁੰਦੀਆਂ। ਦੂਜਾ ਵੱਡਾ ਸਵਾਲ ਇਹ ਆ ਕਿ ਫੀਸਾਂ ਦਾ ਜਿਹੜਾ ਵਾਧਾ, ਸਰਕਾਰੀ ਕਾਲਜਾਂ ਦੀ ਜਿਹੜਾ ਫੀਸਾਂ ਦਾ ਵਾਧਾ, ਪੇਪਰਾਂ ਦੀ ਫੀਸ ਹੋਊਗੀ, ਹੋਰ ਐਗਜ਼ਾਮੀਨੇਸ਼ਨ ਫੀਸ ਹੋਊਗੀ, ਉਹਨਾਂ ਦੇ ਵਿੱਚ ਤਾਂ ਸਰਕਾਰਾਂ ਵਾਧਾ ਕਰਦੀਆਂ ਰਹਿੰਦੀਆਂ ਨੇ, ਪਰ ਕਾਲਜਾਂ ਦੇ ਵਿੱਚ ਜਿਹੜੇ ਖਾਲੀ ਪਏ ਕਮਰੇ ਨੇ, ਜਿਹੜੀਆਂ ਕੁਰਸੀਆਂ ਜੇ ਪ੍ਰਿੰਸੀਪਲਾਂ ਨੂੰ ਉਡੀਕ ਰਹੀਆਂ ਨੇ, ਜਿਹੜੀਆਂ ਕੁਰਸੀਆਂ ਜੇ ਪ੍ਰੋਫੈਸਰਾਂ ਲੈਕਚਰਾਰਾਂ ਨੂੰ ਉਡੀਕ ਰਹੀਆਂ ਨੇ, ਉਹ ਸਾਮੀਆਂ ਕਦੋਂ ਭਰੀਆਂ ਜਾਣਗੀਆਂ? ਮੇਨ ਮੰਗਾਂ ਉਹਨਾਂ ਦੀ ਇਹ ਨੇ, ਇੱਕ ਜਿਹੜਾ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਉਹਨੂੰ ਲੈ ਕੇ ਆ, ਜਾਂ ਫਿਰ ਸਰਕਾਰੀ ਕਾਲਜਾਂ ਨੂੰ ਜਿਹੜੀਆਂ ਗ੍ਰਾਂਟਾਂ ਨੇ ਪ੍ਰੋਪਰ ਉਹ ਵੀ ਜਾਰੀ ਨਹੀਂ ਹੋ ਰਹੀਆਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਥਾਂ ਤੋਂ, ਪਟਿਆਲਾ ਯੂਨੀਵਰਸਿਟੀ ਹੈ, PU ਯੂਨੀਵਰਸਿਟੀ ਹੈ ਚੰਡੀਗੜ੍ਹ ਦੀ, ਪੰਜਾਬ ਯੂਨੀਵਰਸਿਟੀ ਆ, ਸਾਰਿਆਂ ਦੇ ਜਿਹੜੇ ਵੱਖ-ਵੱਖ ਜਿਹੜੇ ਨੁਮਾਇੰਦੇ ਨੇ ਉਹ ਇੱਥੇ ਪਹੁੰਚੇ ਹੋਏ ਨੇ। PSU ਲਲਕਾਰ ਦੇ ਤੁਸੀਂ ਜਿਹੜੇ ਝੰਡੇ ਨੇ ਇਹ ਦੇਖ ਸਕਦੇ ਹੋ। ਜਿਹੜਾ ਇਹ ਝੰਡਾ ਇਹ AISF ਦਾ ਝੰਡਾ ਆ। ਵਿਦਿਆਰਥੀਆਂ ਦੀਆਂ ਜਿਹੜੀਆਂ ਵੱਖ-ਵੱਖ ਯੂਨੀਅਨਾਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ। ਸੋ ਅਮਨ ਨੇ ਸਾਨੂੰ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈ ਕਿ ਜੇਕਰ ਅੱਜ DP ਨੂੰ ਦੇਣ ਆਏ ਨੇ ਇਹ ਮੰਗ ਪੱਤਰ ਆਪਣਾ, ਜੇਕਰ ਉਹ ਮੰਗ ਪੱਤਰ ਦੇ ਉੱਪਰ ਗੌਰ ਨਹੀਂ ਕੀਤੀ ਜਾਂਦੀ ਤਾਂ ਇਹਨਾਂ ਵੱਲੋਂ, ਇਹਨਾਂ ਦੀ ਵੀ ਕੋਰ ਕਮੇਟੀ ਬਣੀ ਹੋਈ, ਇਹਨਾਂ ਵੱਲੋਂ ਜਿਹੜਾ ਸੰਘਰਸ਼ ਆ ਉਹ ਤਿੱਖਾ ਕੀਤਾ ਜਾਊਗਾ। ਸੋ ਪੰਜਾਬ ਦੇ ਵਿੱਚ ਇਹ ਉਹੀ ਜਗ੍ਹਾ ਮੋਹਾਲੀ ਦੀ ਜਿੱਥੇ ਇੱਧਰ ਟੀਚਰਾਂ ਦਾ ਪੱਕਾ ਧਰਨਾ ਲੱਗਿਆ ਹੋਇਆ, ਤਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਿੱਧਰ ਨੂੰ ਜਾ ਰਹੇ ਨੇ, ਖਾਸ ਕਰਕੇ ਸਿੱਖਿਆ ਵਾਲੇ ਪਾਸੇ ਨੂੰ ਲੈ ਕੇ। ਕੋਈ ਵੀ ਸੂਬਾ ਉਦੋਂ ਹੀ ਤਰੱਕੀ ਕਰਦਾ ਜਦੋਂ ਉਹਦੇ ਕੋਲੇ ਇੱਕ ਜਿਹੜੀ ਮੁੱਢਲੀ ਸਿੱਖਿਆ ਉਹ ਵਧੀਆ ਹੁੰਦੀ ਹੈ। ਤਾਂ ਜੇਕਰ ਮੁੱਢਲੀ ਸਿੱਖਿਆ ਹੀ ਵਧੀਆ ਨਹੀਂ ਹੋਊਗੀ ਤਾਂ ਜਿਹੜੇ ਹਾਲਾਤ ਨੇ ਉਹ ਫਿਰ ਐਦਾਂ ਦੇ ਹੀ ਬਣਨਗੇ। ਤੁਸੀਂ ਦੇਖ ਸਕਦੇ ਹੋ ਟੀਚਰ ਇਸ ਵੇਲੇ ਪੰਜਾਬ ਦੇ ਜਿਹੜਾ ਟੀਚਰ ਵਰਗ ਆ, ਅਧਿਆਪਕ ਵਰਗ ਆ, ਉਹ ਸੜਕਾਂ ਤੇ ਆ, ਹੁਣ ਸਟੂਡੈਂਟ ਵਰਗ ਸੜਕਾਂ ਤੇ ਆ। ਤਾਂ ਪੰਜਾਬ ਦੀ ਜਿਹੜੀ ਇਹ ਤਸਵੀਰ ਆ ਇਹ ਚਿੰਤਾਜਨਕ ਤਸਵੀਰ ਆ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ। ਇੱਕ ਪਾਸੇ ਅਧਿਆਪਕ ਤੁਸੀਂ ਦੇਖ ਸਕਦੇ ਹੋ, ਇਹ ਅਧਿਆਪਕ ਨੇ, ਅਧਿਆਪਕਾਂ ਨੇ ਸਟੇਟਾਂ ਦਾ, ਦੇਸ਼ ਦਾ ਭਵਿੱਖ ਨੂੰ ਪੜ੍ਹਾ ਕੇ ਅੱਗੇ ਤੋਰਨਾ ਹੁੰਦਾ, ਪਰ ਅਧਿਆਪਕ ਆਪਣੇ ਭਵਿੱਖ ਦੇ ਲਈ ਸੜਕਾਂ ਤੇ ਆਏ ਹੋਏ ਨੇ, ਸਟੂਡੈਂਟ ਆਪਣੇ ਭਵਿੱਖ ਦੇ ਲਈ ਸੜਕਾਂ ਤੇ ਆਏ ਹੋਏ ਨੇ, ਤੇ ਸਰਕਾਰੀ ਦਰਬਾਰੇ ਜਿਹੜੀ ਕੰਨਾਂ ਦੇ ਉੱਤੇ ਜੂੰ ਆ ਉਹ ਅਜੇ ਨਹੀਂ ਸਰਕ ਰਹੀ। ਤੁਸੀਂ ਦੇਖ ਸਕਦੇ ਹੋ ਸਰਕਾਰੀ ਕੌਂਸਟੀਚਿਊਂਟੀ ਕਾਲਜਾਂ 'ਚ ਰੈਗੂਲਰ ਭਰਤੀ ਕਰੋ। ਬੱਚੇ ਫੀਸਾਂ ਭਰਦੇ ਨੇ, ਮਾਂ ਪਿਓ ਨੇ ਜਿਹੜੇ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਕੋਈ ਦਿਹਾੜੀਆਂ ਕਰਕੇ ਨਿਆਣਾ ਪੜ੍ਹਾ ਰਿਹਾ, ਕੋਈ 100 ਤਰ੍ਹਾਂ ਦੇ ਪਾਪੜ ਵੇਲ ਕੇ ਨਿਆਣਾ ਪੜ੍ਹਾ ਰਿਹਾ, ਪਰ ਉਹ ਨਿਆਣਾ ਜਦੋਂ ਪੜ੍ਹਨ ਜਾਂਦਾ ਤਾਂ ਕਮਰਿਆਂ ਦੇ ਵਿੱਚ ਅਧਿਆਪਕ ਹੀ ਨਹੀਂ ਹੈਗੇ, ਪ੍ਰੋਫੈਸਰ ਜਾਂ ਲੈਕਚਰਰ ਹੀ ਨਹੀਂ ਹੈਗੇ, ਕਿਉਂਕਿ ਸਰਕਾਰ ਨੇ ਪਿਛਲੇ 25 ਸਾਲਾਂ ਤੋਂ ਭਰਤੀ ਹੀ ਨਹੀਂ ਕੀਤੀ। ਤਾਂ ਸਿੱਖਿਆ ਦਾ ਜਿਹੜਾ ਨਿੱਜੀਕਰਨ ਉਹ ਕੀਤਾ ਜਾ ਰਿਹਾ। ਅਮਨ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਸਰਕਾਰ ਦਾ ਜਿਹੜਾ ਸਿੱਧਾ ਇਸ਼ਾਰਾ ਉਹ ਇਹੀ ਹੈ, ਸਰਕਾਰ ਦਾ ਸਿੱਧਾ ਇਸ਼ਾਰਾ ਕਿ ਤੁਸੀਂ ਆਇਲਟਸ ਕਰੋ ਤੇ ਇੱਥੋਂ ਨਿਕਲ ਜਾਓ, ਅਸੀਂ ਤੁਹਾਨੂੰ ਇਦਾਂ ਦੇ ਹੀ ਪ੍ਰਬੰਧ ਦੇ ਸਕਦੇ ਹਾਂ, ਇਦੋਂ ਵੱਧ ਪ੍ਰਬੰਧ
ਨਹੀਂ ਦੇ ਸਕਦੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਕਿਵੇਂ ਦੇਖਦੇ ਹੋ ਜਿਹੜੀ ਅੱਜ ਦੀ ਇਹ ਰੋਸ ਰੈਲੀ ਆ, ਤੁਸੀਂ ਰੋਸ ਰੈਲੀ ਕਰ ਰਹੇ ਹੋ, ਕਿਵੇਂ ਦੇਖਦੇ ਹੋ ਇਸ ਪੂਰੇ ਵਰਤਾਰੇ ਨੂੰ? ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਵੇਂ ਦੇਖਦੇ ਹੋ? ਮਾਂ ਪਿਓ ਬਹੁਤ ਸਾਰਾ ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਮਾਂ ਪਿਓ ਬਹੁਤ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਪੈਸਾ ਜੋੜ ਕੇ ਨਿਆਣੇ ਨੂੰ ਪੜ੍ਹਾਉਂਦੇ ਨੇ, ਪਰ ਜਦੋਂ ਨਿਆਣਾ ਪੜ੍ਹਨ ਜਾਂਦਾ ਤਾਂ ਕਮਰਿਆਂ ਦੇ ਵਿੱਚ ਜੇ ਅਧਿਆਪਕ ਹੀ ਨਹੀਂ ਹੈਗੇ, ਪ੍ਰੋਫੈਸਰ ਹੀ ਨਹੀਂ ਜਾਂ ਲੈਕਚਰਰ ਹੀ ਨਹੀਂ ਹੈਗੇ, ਤਾਂ ਕੀ ਬਣੂਗਾ ਭਵਿੱਖ ਦਾ? ਇਹੀ ਗੱਲ ਹੈ। ਦੇਖੋ, ਮੈਂ ਪੰਜਾਬ ਯੂਨੀਵਰਸਿਟੀ ਤੋਂ PhD ਕੰਪਲੀਟ ਕੀਤੀ ਹੁਣੇ ਤੇ ਮੈਂ JRF ਪਾਸ ਕੀਤਾ। ਤੇ ਪਹਿਲੀ ਗੱਲ ਇਹ ਹੈ ਵੀ ਜੇ ਸਰਕਾਰ 25 ਸਾਲਾਂ ਤੋਂ ਰਿਕਰੂਟਮੈਂਟ ਨਹੀਂ ਕਰ ਰਹੀ ਹੈਗੀ, ਤੇ ਇਹਦਾ ਕਾਰਨ ਇਹ ਹੈ ਵੀ ਸਰਕਾਰ ਜਾਣਬੁੱਝ ਕੇ ਜਿਹੜੀ ਕਾਲਜਾਂ ਵਿੱਚ ਭਰਤੀ ਨਹੀਂ ਕਰਨਾ ਚਾਹੁੰਦੀ, ਬੱਚੇ ਪੜ੍ਹ ਲਿਖ ਨਾ ਜਾਣ, ਸਾਡੇ ਨੂੰ ਸਵਾਲ ਨਾ ਕਰਨ, ਠੀਕ ਹੈ। ਤੇ ਮੈਂ ਤੁਹਾਨੂੰ ਰੀਸੈਂਟਲੀ ਐਗਜ਼ਾਮਪਲ ਦਿੰਦਾ, ਹੁਣ ਪਿੰਡਾਂ ਦੇ ਬੱਚੇ ਜਿਹੜੇ ਆ ਉਹ ਕਾਲਜਾਂ ਵਿੱਚ ਜਾਣਾ ਚਾਹੁੰਦੇ ਆ, ਉਹਨਾਂ ਡ੍ਰੀਮ ਹੈ ਵੀ ਇੱਥੇ ਰਹਿ ਕੇ ਹੀ ਜਿਹੜਾ ਕਿਤੇ ਨਾ ਕਿਤੇ UPS ਜਾਂ PCS ਦੀ ਤਿਆਰੀ ਕਰਨੀ ਆ, ਪਰ ਉਹਨਾਂ ਨੂੰ ਕਾਲਜ ਨਹੀਂ ਮਿਲ ਰਹੇ ਹੈਗੇ ਇਹੋ ਜਿਹੇ। ਇਹ 'ਚ ਤੁਸੀਂ ਦੇਖੋ ਜਾ ਕੇ ਕਾਲਜ 'ਚ ਇਹੋ ਜਿਹੇ ਹਾਲਾਤ ਆ, ਉੱਥੇ ਕੋਈ ਨਾ ਕੋਈ ਰਿਸੈਪਸ਼ਨ ਆ ਤੁਹਾਨੂੰ ਐਡਮਿਸ਼ਨ ਦੇ ਲੈਣ ਦੇ ਲਈ, ਕੋਈ ਉੱਥੇ ਕੋਈ ਰੈਗੂਲਰ ਭਰਤੀ ਨਹੀਂ ਹੈਗੀ। ਉਹ ਚਾਹੁੰਦੇ ਆ ਵੀ ਸਾਨੂੰ ਕੋਈ ਕੁਆਲਿਟੀ ਮਿਲੇ ਐਜੂਕੇਸ਼ਨ ਦੀ, ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈਗੀ। ਉਹ ਪ੍ਰਾਈਵੇਟ ਜਾ ਕੇ ਆਪਣਾ ਕੋਈ ਲੁੱਟ ਖਸੁੱਟ ਨਹੀਂ ਕਰਨਾ ਚਾਹੁੰਦੀ ਹੈਗੀ। ਤਾਂ ਸਰਕਾਰ ਦੀ ਪਾਲਿਸੀ ਬੱਚੇ ਨਾ ਪੜ੍ਹਨ। ਅੱਜ ਦੇਖੋ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਕਲਾਸ ਹੈ BA ਫਾਈਨਲ ਕੀ ਕਹਿੰਦੇ ਆ। BA ਫਾਈਨਲ ਮਤਲਬ ਕੀ ਹੈ? ਉਹਦੇ ਵਿੱਚ ਜਿਹੜੇ ਆ ਸਭ ਤੋਂ ਵੱਡੇ ਜਿਹੜੇ ਪੋਸਟਾਂ ਦੇ ਵਿੱਚ ਆਪਾਂ ਜਾ ਸਕਦੇ ਹਾਂ। BA ਫਾਈਨਲ ਕਰਨਾ ਬਹੁਤ ਜ਼ਰੂਰੀ ਆ, ਤੇ ਉਹਦੇ ਲਈ ਬੱਚਿਆਂ ਨੂੰ ਕੋਈ ਮੌਕੇ ਨਹੀਂ ਮਿਲ ਰਹੇ ਹੈਗੇ। ਉਹ ਸਰਕਾਰ ਚਾਹੁੰਦੀ ਵੀ ਨਹੀਂ, ਬੱਚੇ ਨਾ ਪੜ੍ਹਨ, ਇੱਥੇ ਸਭ ਤੋਂ ਕੋਈ ਰੁਜ਼ਗਾਰ ਦੀ ਮੰਗ ਨਾ ਕਰਨ, ਉਹ ਜਦੋਂ ਵਿਦੇਸ਼ ਚਲੇ ਜਾਣ। ਹਰ ਕੋਲ ਵਿਦੇਸ਼ ਜਾਣ ਦੇ ਲਈ 20 ਲੱਖ ਰੁਪਇਆ ਨਹੀਂ ਹੁੰਦਾ ਹੈਗਾ। ਤਾਂ ਸਰਕਾਰ ਦੀ ਸਾਜ਼ਿਸ਼ ਹੈ ਇੱਕ ਜਵਾਨੀ ਕਿਸਾਨ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਤਬਾਹ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜ। ਇਹ ਸਾਨੂੰ ਸੋਚਣ ਦੀ ਜ਼ਰੂਰਤ ਹੈ, ਕਿਉਂਕਿ ਕਾਲਜਾਂ ਨੂੰ ਬਚਾਵਾਂਗੇ ਤਾਂ ਹੀ ਸਾਡੇ ਬੱਚਿਆਂ ਦੀ ਐਜੂਕੇਸ਼ਨ ਬਚੇਗੀ, ਉਹਨਾਂ ਦਾ ਜਿਹੜਾ ਭਵਿੱਖ ਹੈ ਤੇ ਪੰਜਾਬ ਦੇ ਵਿੱਚ ਬਚ ਸਕੇਗਾ। ਨਹੀਂ ਉਜਾੜਾ ਪਹਿਲਾਂ ਪੰਜਾਬ ਦਾ ਹੋ ਰਿਹਾ, ਤੇ ਇੱਥੋਂ ਜਵਾਨੀ ਤੇ ਕਿਸਾਨੀ ਦਾ ਹੋਰ ਉਜਾੜਾ ਹੋ ਜਾਣਾ। ਫੀਸਾਂ ਦੀ ਗੱਲ ਕਰੀਏ ਤਾਂ ਕਾਲਜਾਂ ਦੇ ਵਿੱਚ ਦਾਖਲਾ ਫੀਸ ਤੋਂ ਲੈ ਕੇ ਐਗਜ਼ਾਮੀਨੇਸ਼ਨ ਫੀਸ ਤੋਂ ਲੈ ਕੇ ਕੀ ਉਹਨਾਂ 'ਚ ਰੈਗੂਲਰ ਵਾਧਾ ਚੱਲ ਰਿਹਾ ਜਾਂ ਉੱਥੇ ਖੜੀਆਂ? ਉਹ 'ਚ ਰੈਗੂਲਰ ਵਾਧਾ ਹੋ ਰਿਹਾ। ਉਹਨੇ PTA ਫੰਡ ਦੇਖ ਲਓ, PTA ਫੰਡ ਦੇ ਵਿੱਚ ਜਿਹੜਾ ਤਨਖਾਹ ਦਿੱਤੀ ਜਾ ਰਹੀ ਹੈ ਅੱਜ ਦੇ ਵਿੱਚ ਗੈਸਟ ਫੈਕਲਟੀ ਹੈ, ਤੇ ਉਹਨਾਂ ਦੇ ਵਿੱਚੋਂ ਹੀ ਜਿਹੜਾ ਬੱਚਿਆਂ ਦੀ ਫੀਸਾਂ ਦੇ ਵਿੱਚੋਂ ਹੀ ਜਿਹੜੀ ਹੈ ਕੁਝ 50% ਜਿਹੜਾ ਹਿੱਸਾ ਉਹ ਤਨਖਾਹ ਦਾ ਬੱਚਿਆਂ ਦੀ PTA ਫੰਡ ਦੇ ਵਿੱਚ ਲਿਆ ਜਾਂਦਾ। ਮਤਲਬ ਕਿ ਤਨਖਾਹ ਉਹਨਾਂ ਦੇ ਸਿਰ ਤੇ ਹੀ, ਬੱਚੇ ਮਾਪਿਆਂ ਦੇ ਸਿਰ ਤੇ ਹੀ ਲਈ ਜਾ ਰਹੀ ਹੈ ਅੱਜ। ਤਾਂ ਸਰਕਾਰ ਕੀ ਹੈ? ਸਰਕਾਰ ਜਿਹੜੀ ਆ ਆਪਣੇ ਜਿਹੜਾ ਰੋਲ ਬੈਕ ਸਾਰਾ ਕਰ ਚੁੱਕੀ ਹੈ ਤਨਖਾਹ ਦੇਣ ਤੋਂ ਵੀ, ਤੇ ਇਸ ਕਰਕੇ ਵੀ ਜਦੋਂ ਤੱਕ ਰੈਗੂਲਰ ਭਰਤੀ ਨਹੀਂ ਹੁੰਦੀ ਹੈਗੀ, ਇੱਕ ਰਾਹ ਨਹੀਂ ਖੁੱਲ੍ਹਦਾ ਹੈਗਾ, ਸਰਕਾਰੀ ਕਾਲਜ ਨਹੀਂ ਬਚ ਸਕਦੇ ਹੈਗੇ। ਅੱਜ ਉੱਥੇ ਕੱਚੀ ਭਰਤੀ ਹੋਣ ਕਰਕੇ ਸਰਕਾਰ ਨੂੰ ਕਾਲਜ ਕਰਨੇ ਬੰਦ ਕਰਨੇ ਆਸਾਨ ਹੋ ਗਏ, ਜਿੰਦਰੇ ਲਗਾਉਣੇ ਆਸਾਨ ਹੋ ਗਏ, ਕਿਉਂਕਿ ਉੱਥੇ ਕੋਈ ਪ੍ਰੋਟੈਸਟ ਨਹੀਂ ਹੁੰਦਾ ਹੈਗਾ। ਲੱਗਦਾ ਵੀ ਅੱਜ ਬੱਚੇ ਨੇ ਕਹਿੰਦੀ ਕਰਕੇ ਬੰਦ ਕਰ ਦਿਓ, ਤਾਂ ਬੰਦ ਕਰਨਾ ਵੀ ਆਸਾਨ ਹੋ ਗਿਆ, ਕਿਉਂਕਿ ਰੈਗੂਲਰ ਭਰਤੀ ਨਹੀਂ ਹੋ ਰਹੀ। ਰੈਗੂਲਰ ਭਰਤੀ ਹੋਏਗੀ, ਉੱਥੇ ਪੂਰਾ ਇੱਕ ਕਾਲਜ ਦਾ ਸਟਰਕਚਰ ਬਣੇਗਾ, ਸਟਾਫ ਭਰਤੀ ਹੋਏਗਾ, ਉਹਨਾਂ ਦੇ ਵਿੱਚ ਐਡਮਿਸ਼ਨਾਂ ਹੋਣਗੀਆਂ, ਬੱਚੇ ਪੜ੍ਹਨਗੇ ਤਾਂ ਹੀ ਕਾਲਜ ਬਚ ਸਕਦੇ। ਕਿਤੇ ਨਾ ਕਿਤੇ ਸਰਕਾਰ ਦੀ ਹੀ ਨਲਾਇਕੀ ਮੰਨਦੇ ਹੋ, ਕਿਉਂਕਿ ਤੁਸੀਂ ਤਾਂ ਭਰਤੀ ਨਹੀਂ ਕਰਨੇ, ਬੱਚਿਆਂ ਨੇ ਤਾਂ ਭਰਤੀ ਨਹੀਂ ਕਰਨੇ। ਉਹ ਦੌਰ ਤਾਂ ਗਿਆ ਵੀ ਜਦੋਂ ਸਕੂਲ ਦੇ ਵਿੱਚ ਕੋਈ ਅਧਿਆਪਕ ਨਹੀਂ ਹੈਗਾ ਤਾਂ ਬੱਚਿਆਂ ਨੇ ਥੋੜੇ ਪੈਸੇ ਇਕੱਠੇ ਕੀਤੇ, ਪ੍ਰਾਈਵੇਟ ਆਪਣੇ ਤੌਰ ਤੇ ਅਧਿਆਪਕ ਰੱਖਿਆ। ਸਰਕਾਰੀ ਸਕੂਲਾਂ 'ਚ ਇਦਾਂ ਵੀ ਹੁੰਦਾ ਰਿਹਾ ਕਿ ਬੱਚੇ ਆਪ ਫੀਸਾਂ ਇਕੱਠੀਆਂ ਕਰਕੇ ਪ੍ਰਾਈਵੇਟ ਤੌਰ ਤੇ ਆਪਣਾ ਅਧਿਆਪਕ ਆਪ ਉੱਥੇ ਰੱਖ ਲੈਂਦੇ ਸੀ। ਇਹ ਹੈ ਵੀ ਬੱਚੇ ਜਿਹੜੇ ਆ ਵੀ ਉਹ ਚਾਹੁੰਦੇ ਆ ਵੀ ਸਾਨੂੰ ਐਜੂਕੇਸ਼ਨ ਸਸਤੀ ਮਿਲੇ, ਠੀਕ ਹੈ। ਮਾਂ ਪਿਓ ਜਿਹੜੇ ਆ ਹਾਇਰ ਐਜੂਕੇਸ਼ਨ 'ਚ ਇੰਨਾ ਪੈਸਾ ਨਹੀਂ ਲਗਾ ਸਕਦੇ ਹੈਗੇ, ਤੇ ਇਹ ਸੋਚੋ ਵੀ ਤੁਸੀਂ ਅਗਰ ਬੱਚਿਆਂ ਨੂੰ ਤੁਸੀਂ ਮਤਲਬ ਪੜ੍ਹਨ ਦੇ ਮੌਕੇ ਤੁਸੀਂ ਨਹੀਂ ਦੇ ਸਕਦੇ ਕਿ ਤੁਹਾਡਾ ਕਿ ਕੁਰਸੀ 'ਤੇ ਬੈਠਣ ਦਾ ਫਾਇਦਾ ਕੀ ਹੈ ਤੁਹਾਡੇ ਲਈ? ਤੁਸੀਂ ਅਗਰ ਰਿਸਪੌਂਸਿਬਿਲਿਟੀ ਤੋਂ ਆਪਣਾ ਭੱਜ ਰਹੇ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਇੱਥੇ ਕੋਈ ਮਤਲਬ ਐਜੂਕੇਸ਼ਨ ਦੇ ਕੋਈ ਮੁੱਦੇ ਨੂੰ ਲੈ ਕੇ ਅੱਗੇ ਕੋਈ ਆਪਣਾ ਇਲੈਕਸ਼ਨ ਲੜਨ ਦਾ ਕੋਈ ਆਪਣਾ ਕੋਈ ਦਾਅਵਾ ਕਰ ਸਕਦੀ ਹੈ। ਸਰਕਾਰ ਇੱਥੇ ਬਿਲਕੁਲ ਫਲਾਪ ਹੋ ਚੁੱਕੀ ਹੈ, ਨਲਾਇਕ ਹੈ, ਤੇ ਆਪਾਂ ਕਹਿ ਸਕਦੇ ਹਾਂ ਵੀ ਸ਼ਰੇਆਮ ਜਿਹੜਾ ਐਜੂਕੇਸ਼ਨ ਦਾ ਇੱਥੇ ਤਬਾਹੀ ਕੀਤੀ ਜਾ ਰਹੀ ਹੈ। ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਤੁਸੀਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੋ? ਇਸ ਸੰਘਰਸ਼ ਨੂੰ ਤਿੱਖਾ ਕਰ ਚੁੱਕੇ ਹਾਂ, ਕਿਉਂਕਿ ਹਰ ਇੱਕ ਜਾਗ ਚੁੱਕਿਆ। ਮੈਂ ਖੁਦ ਦੇਖਦਾ, ਮੇਰੇ ਜਿਹੜੇ ਜਾਣਕਾਰ ਨੇ, ਮੇਰੇ ਦੋਸਤ ਨੇ, ਮਾਨਸਿਕ ਤੌਰ ਤੇ ਇੰਨੇ ਪਰੇਸ਼ਾਨ ਹੋ ਚੁੱਕੇ ਆ, ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਹੈਗਾ। ਹੁਣ ਮੈਂ ਖੁਦ ਡਾਕਟਰੇਟ ਕੀਤੀ ਹੋਈ ਹੈ, ਤੇ ਮੈਨੂੰ ਲੱਗਦਾ ਮੈਂ ਡਾਕਟਰ ਨਾਮ ਲਾ ਕੇ ਮੈਂ ਕੀ ਕਰਾਂਗਾ, ਮੈਂ ਡਿਗਰੀਆਂ ਲਾ ਕੇ ਮੈਂ ਹੁਣ ਕੀ ਕਰਨਾ ਹੈਗਾ। ਸਾਰੇ ਸਵਾਲ ਉੱਠਦੇ ਆ, ਪਿੰਡਾਂ ਦੇ ਵਿੱਚ ਉੱਠਦੇ ਆ। ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕਿਆ ਕਿ ਦੇਖੋ ਹਰਿਆਣਾ, ਰਾਜਸਥਾਨ, ਹਿਮਾਚਲ ਦੇ ਵਿੱਚ ਰੁਜ਼ਗਾਰ ਦੇ ਮੌਕੇ ਦਿੱਤੇ ਗਏ, ਉੱਥੇ ਸਾਰਿਆਂ ਨੂੰ ਵਾਰ-ਵਾਰ ਦਿੱਤੇ ਗਏ, ਸਾਨੂੰ ਇੱਕ ਮੌਕਾ ਨਹੀਂ ਦਿੱਤਾ ਗਿਆ ਰੁਜ਼ਗਾਰ ਦਾ। ਅਸੀਂ ਪੜ੍ਹਾਈਆਂ ਦਾ ਕਰੀਏ ਕੀ? ਵੀ ਜਿਹੜੀ PhD ਕੀਤੀਆਂ ਨੇ ਇੰਨਾ ਟਾਈਮ ਇੱਥੇ ਲਗਾ ਚੁੱਕੇ ਆਪਣੀ, ਪਹਿਲਾਂ ਨੈਟ JRF ਪਾਸ ਕੀਤਾ, ਤੇ ਹੁਣ ਸਾਡੇ ਜਿਹੜੇ ਪੇਰੈਂਟਸ ਵੀ ਜਦੋਂ ਉਮੀਦ ਕਰਦੇ ਆ। ਕਿਤੇ ਨਾ ਕਿਤੇ ਸਰਕਾਰਾਂ ਤੁਹਾਨੂੰ ਮਾਨਸਿਕ ਰੋਗਾਂ ਵੱਲ ਵੀ ਤੱਕ ਰਹੀਆਂ। ਤੁਸੀਂ ਦੇਖਿਓ, ਤੁਸੀਂ ਅਖਬਾਰਾਂ ਦੀ ਜਿਹੜੀ ਆ ਪਿਛਲੀਆਂ ਖਬਰਾਂ ਚੱਕ ਕੇ ਦੇਖੋ, ਉੱਥੇ ਨੈਟ ਪਾਸ ਕਈ ਵਿਦਿਆਰਥੀਆਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ, ਤੇ ਹੋ ਰਹੀਆਂ ਨੇ। ਕਈ ਵਾਰੀ ਮੀਡੀਆ ਦੀ ਕਵਰੇਜ 'ਚ ਨਹੀਂ ਆਉਂਦੀਆਂ। ਇਹ ਬਿਲਕੁਲ ਦੇਖਿਓ ਤੁਸੀਂ ਜਿਹੜੇ ਅੱਜ ਦੀ ਜਿਹੜੀ ਮਾਨਸਿਕ ਹਾਲਾਤ ਹੈ PhD ਕੀਤੇ ਹੋਏ ਜਿਹੜੀ ਦੋਸਤ ਦੀ, ਤਾਂ ਬਿਲਕੁਲ ਪਰੇਸ਼ਾਨ ਹੋ ਚੁੱਕੇ ਆ, ਮਾਨਸਿਕ ਤੌਰ ਟੁੱਟ ਚੁੱਕੇ ਆ। ਘਰ ਦੇ ਹਾਲਾਤ ਜਿਹੜੇ
ਉਹਨਾਂ ਦੇ ਉਹਨੂੰ ਲੈ ਕੇ ਵੀ ਪ੍ਰੈਸ਼ਰਾਈਜ਼ ਹੋ ਰਿਹਾ, ਕਿਉਂਕਿ ਇੰਨੀ ਉਮਰ ਗਾਲਣ ਤੋਂ ਬਾਅਦ ਵੀ ਉਹਨੂੰ ਕੋਈ ਰੁਜ਼ਗਾਰ ਦਾ ਮੌਕਾ ਨਾ ਮਿਲੇ। ਮੈਂ ਰੁਜ਼ਗਾਰ ਮੌਕੇ ਦੀ ਗੱਲ ਕਰਦਾ, ਸੱਤ ਖੋਹੇ ਗਿਆ ਮੌਕੇ। ਸਾਡੇ ਗੁਆਂਢੀ ਸੂਬਿਆਂ ਦੇ ਵਿੱਚ ਕਿਉਂ ਇਹ ਜਿਹੜਾ ਰੁਜ਼ਗਾਰ ਜਿਹੜੇ ਉੱਥੇ ਭਰਤੀਆਂ ਕੀਤੀ ਜਾ ਰਹੀਆਂ, ਪੰਜਾਬ ਦੇ ਸੂਬੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਤੇ ਸਮਝਣ ਦੀ ਜ਼ਰੂਰਤ ਇਹ ਹੈ, ਪੰਜਾਬ ਨੂੰ ਹੀ ਜਿਹੜੀ ਇੱਕ ਸੈਂਟਰ ਗੌਰਨਮੈਂਟ ਤੇ ਪੰਜਾਬ ਸਰਕਾਰ ਰਲ ਕੇ ਤਬਾਹ ਕਰਨ ਤੇ ਤੁਰੀ ਹੋਈ ਆ, ਕਿਸਾਨੀ ਤੇ ਜਵਾਨੀ ਨੂੰ। ਪੰਜਾਬ ਨੂੰ ਨਹੀਂ ਅੱਗੇ ਗੁੱਠਾ ਦੇਣਾ ਚਾਹੁੰਦੇ ਹੈਗੇ। ਠੀਕ ਹੈ। ਸੋ ਕਿਤੇ ਨਾ ਕਿਤੇ ਨਿਆਣੇ ਜਦੋਂ ਪੜ੍ਹਦੇ ਨੇ, ਪੜ੍ਹ ਕੇ ਘਰਾਂ ਦੇ ਵਿੱਚ ਮਾਂ ਪਿਓ ਨਾਲ ਅੱਖ ਮਿਲਾਉਣੀ, ਡਾਕਟਰੀਏਟ ਕੀਤੀ ਹੈ, ਅੱਗੇ ਡਾਕਟਰ ਕਹਿੰਦੇ ਮੈਂ ਲਾ ਕੇ ਕੀ ਕਰੂੰਗਾ ਆਪਣੇ, ਜੇ ਮੇਰੇ ਕੋਲ ਰੁਜ਼ਗਾਰ ਹੀ ਨਹੀਂ ਹੈਗਾ। ਸੋ ਇੱਕ ਤਾਂ ਜਿਹੜੀ ਸਰਕਾਰ ਆ ਉਹ ਪ੍ਰਾਈਵੇਟ ਕਰਨਾ ਬੰਦ ਕਰੇ ਸਰਕਾਰੀ ਕਾਲਜਾਂ ਨੂੰ, ਜਾਂ ਫਿਰ ਉਹਨਾਂ ਨੂੰ ਤਾਲਾ ਲਾਉਣ ਵਰਗੇ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਨਾਂ ਦੇ ਸਰਕਾਰ ਜ਼ਿੰਮੇਵਾਰ ਆ। ਇੱਕ ਵੱਡਾ ਸਵਾਲ ਹੈ ਕਿ PhDਆਂ ਕਰਕੇ ਅੱਗੇ ਡਾਕਟਰ ਲਾ ਕੇ ਜੇਕਰ ਬੱਚਾ ਫਿਰ ਵੀ ਬੇਰੁਜ਼ਗਾਰ ਘਰ ਜਾਂਦਾ, ਮਾਂ ਪਿਓ ਨਾਲ ਉਹ ਕੀ ਅੱਖ ਮਿਲਾਉਂਦਾ ਹੋਊਗਾ? ਤਾਂ ਮਾਨਸਿਕ ਰੋਗਾਂ ਦੇ ਵਿੱਚੋਂ ਵੀ, ਮਾਨਸਿਕ ਪੀੜਾ ਦੇ ਵਿੱਚੋਂ ਵੀ ਜਿਹੜੇ ਇਹ ਨੇ ਗੁਜ਼ਰ ਰਹੇ ਨੇ ਵਿਚਾਰੇ। ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਗੁਆਂਢੀ ਸੂਬੇ ਨੇ, ਹਿਮਾਚਲ ਹੋਵੇ ਭਾਵੇਂ ਹਰਿਆਣਾ ਹੋਵੇ, ਉਹਨਾਂ ਦੇ ਵਿੱਚ ਕਾਲਜਾਂ ਦੀ ਗਿਣਤੀ ਵੀ ਵੱਧ ਹੈ ਤੇ ਉੱਥੇ ਰੈਗੂਲਰ ਭਰਤੀਆਂ ਵੀ ਨੇ। ਪਰ ਪੰਜਾਬ ਦੇ ਵਿੱਚ ਜਿੰਨੇ ਕਾਲਜ ਨੇ ਉੱਥੇ ਰੈਗੂਲਰ ਭਰਤੀਆਂ ਪਿਛਲੇ 2 ਦਹਾਕਿਆਂ ਤੋਂ ਨਹੀਂ ਹੋਈਆਂ। ਤਾਂ ਕਿਤੇ ਨਾ ਕਿਤੇ ਸਰਕਾਰਾਂ ਇਹ ਸਿੱਧਾ ਇਸ਼ਾਰਾ ਕਰ ਰਹੀਆਂ ਨੇ ਕਿ ਅਸੀਂ ਭਰਤੀ ਨਹੀਂ ਕਰਾਂਗੇ। ਇੱਕ ਹੋਰ ਦੌਰ ਰਿਹਾ ਆਪਣਾ ਸਰਕਾਰੀ ਸਕੂਲਾਂ ਦੇ ਵੀ, ਮੈਂ ਤੁਹਾਨੂੰ ਇੱਕ ਸਿਸਟਮ ਸਮਝਾਉਣਾ, ਜਿਨ੍ਹਾਂ ਦੌਰਾਂ ਦੇ ਵਿੱਚ ਅਸੀਂ ਵੀ ਪੜ੍ਹਦੇ ਹੁੰਦੇ ਸੀਗੇ। ਜਦੋਂ ਕੋਈ ਸਰੀਰਕ ਸਿੱਖਿਆ ਦਾ ਅਧਿਆਪਕ ਨਾ ਹੋਣਾ, ਜਦੋਂ ਕੋਈ ਡਰਾਇੰਗ ਟੀਚਰ ਨਾ ਹੋਣਾ, ਜਦੋਂ ਕੋਈ PT ਮਾਸਟਰ ਉੱਥੇ ਨਾ ਹੋਣਾ, ਤਾਂ ਸਰਕਾਰੀ ਸਕੂਲਾਂ ਦੇ ਵਿੱਚ ਸਿੱਧਾ ਕਹਿ ਦਿੱਤਾ ਜਾਂਦਾ ਸੀ ਕਿ ਜੇ ਤੁਸੀਂ ਪਾਸ ਹੋਣਾ, ਜੇ ਤੁਸੀਂ ਪੇਪਰ ਦੇਣੇ ਆ, ਤਾਂ ਤੁਸੀਂ ਪੈਸੇ ਇਕੱਠੇ ਕਰੋ, ਆਪਣਾ ਪ੍ਰਾਈਵੇਟ ਟੀਚਰ ਆਪ ਰੱਖ ਲਓ। ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਫੀਸਾਂ ਭਰਦੇ ਹਾਂ, ਦਾਖਲਾ ਫੀਸਾਂ ਭਰਦੇ ਆ, ਪੇਪਰ ਦੀਆਂ ਫੀਸਾਂ ਭਰਦੇ ਆ, ਤੇ ਫਿਰ ਸਰਕਾਰ ਕਿਸ ਕੰਮ ਲਈ ਆ ਜੇਕਰ ਆਪਣਾ ਵਿਦਿਆਰਥੀਆਂ ਨੇ ਹੀ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਅਧਿਆਪਕ ਪੜ੍ਹਾਉਣ ਦੇ ਲਈ ਰੱਖਣਾ। ਇਹ ਸਰਕਾਰੀ ਸਕੂਲਾਂ ਦਾ ਹਾਲ ਸੀਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਰੋਸ ਰੈਲੀ ਹੈ ਜਿਹੜੀ ਉਹ ਇੱਥੇ ਅੱਜ ਕੱਢੀ ਜਾ ਰਹੀ ਹੈ। ਸੋ ਸਾਡੇ ਨਾਲ ਇਸ ਵੇਲੇ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਨੇ, ਆਪਾਂ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਨੇ ਉਹਨਾਂ ਦੇ ਜ਼ਮੀਨੀ ਹਾਲਾਤ ਕੀ ਨੇ। ਜੇਕਰ ਮਾਂ ਪਿਓ ਨੇ ਜਿਹੜੇ ਤੰਗੀਆਂ ਤੁਰਸ਼ੀਆਂ ਦੇ ਵਿੱਚ ਪੈਸੇ ਇਕੱਠੇ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਕਿਸੇ ਟਾਈਮ ਸਕੂਲ ਦਾ ਕਲਚਰ ਹੁੰਦਾ ਸੀਗਾ ਕਿ ਜੇਕਰ ਇੱਕ ਸਬਜੈਕਟ ਦਾ ਟੀਚਰ ਨਹੀਂ ਹੈਗਾ ਤਾਂ ਸਟੂਡੈਂਟ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਉਹਨੂੰ ਮਜਬੂਰ ਕੀਤਾ ਜਾਂਦਾ ਸੀਗਾ ਕਿ ਤੁਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰ ਲਓ ਤੇ ਅਧਿਆਪਕ ਰੱਖ ਲਓ ਜੇ ਪਾਸ ਹੋਣਾ। ਸਾਡੇ ਨਾਲ ਰਿਸਰਚ ਸਕਾਲਰ ਨੇ ਬਾਈ, ਸਭ ਤੋਂ ਪਹਿਲਾਂ ਸਵਾਲ ਧੰਨਵਾਦ। ਕਿਵੇਂ ਦੇਖਦੇ ਹੋ ਜਿਵੇਂ ਸਰਕਾਰ ਨਿੱਜੀਕਰਨ ਕਰ ਰਹੀ ਹੈ ਕਾਲਜਾਂ ਦਾ, ਜਾਂ ਪਿਛਲੇ 2 ਦਹਾਕਿਆਂ ਤੋਂ ਭਰਤੀਆਂ ਹੀ ਨਹੀਂ ਹੋਈਆਂ ਪਰ ਜਿਹੜੀਆਂ ਫੀਸਾਂ ਨੇ ਉਹਨਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਉਹ ਫੀਸਾਂ ਰੈਗੂਲਰ ਭਰਾਈਆਂ ਜਾ ਰਹੀਆਂ ਨੇ? ਅਸਲ ਦੇ ਵਿੱਚ ਇਹ ਤਾਂ ਪਹਿਲੀ ਗੱਲ ਤਾਂ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਕਿ 25 ਸਾਲਾਂ ਤੋਂ ਜਿਹੜੀਆਂ ਸਰਕਾਰੀ ਕਾਲਜਾਂ ਦੇ ਵਿੱਚ ਨੌਕਰੀਆਂ ਹੀ ਨਹੀਂ ਨਿਕਲੀਆਂ। ਅਸੀਂ ਪੜ੍ਹਦੇ ਹਾਂ, ਪੜ੍ਹਨ ਤੋਂ ਬਾਅਦ ਅਸੀਂ ਸਭ ਤੋਂ ਜਿਹੜਾ ਮਤਲਬ ਪਹਿਲੇ ਸਿੱਖਿਆ ਦੇਣਾ, ਉਸ ਤੋਂ ਜਿਹੜਾ ਇਮੀਡੀਏਟ ਜਿਹੜਾ ਦੂਜਾ ਪ੍ਰਾਇਮਰੀ ਕੰਮ ਹੈ ਉਹ ਹੈਗਾ ਵੀ ਬੇਰੁਜ਼ਗਾਰੀ ਨੂੰ ਖਤਮ ਕਰਨਾ, ਰੁਜ਼ਗਾਰ ਦੇਣਾ। ਤੋਂ ਇਹਦੇ ਵਿੱਚ ਸਰਕਾਰ ਫੇਲ ਹੋ ਗਈ। ਉਹਦਾ ਵੱਡਾ ਕਾਰਨ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਕਿ ਐਜੂਕੇਸ਼ਨ ਐਜ਼ ਏ ਜਿਹੜਾ ਪੋਲੀਟੀਕਲ ਸਬਜੈਕਟ ਕਦੀ ਵੀ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਲਿਆ, ਚਾਹੇ ਆਈਡੀਓਲੋਜੀਕਲ ਬੇਸਡ ਪਾਰਟੀਆਂ ਹੋਣ, ਜਥੇਬੰਦੀਆਂ ਹੋਣ। ਐਜੂਕੇਸ਼ਨ ਨੂੰ ਰਾਜਨੀਤਿਕ ਤੌਰ ਤੇ ਮੈਨੀਫੈਸਟੋ ਬਣਾਉਣਾ ਇਹ ਬਹੁਤ ਘੱਟ ਪ੍ਰਚਲਿਤ ਰਿਹਾ, ਜਿਹਦਾ ਫਾਇਦਾ ਸਰਕਾਰਾਂ ਨੇ ਲਿਆ। ਹੁਣ ਉਹਦੇ ਵਿੱਚ ਕੀ ਆ ਕਿ ਲਗਾਤਾਰ ਜਿਵੇਂ ਤੁਸੀਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕੀਤੀ, ਕੈਪੀਟਲਿਜ਼ਮ ਇਸ ਤਰੀਕੇ ਨਾਲ ਹਾਵੀ ਹੋ ਰਿਹਾ ਕਿ ਸਰਕਾਰੀ ਕਾਲਜ ਖਾਲੀ ਨੇ, ਇਹ ਡਿਮਾਂਡਾਂ ਨਾ ਉੱਠਦੀਆਂ, ਹੋਰ ਅਗਲੇ ਸਾਲਾਂ ਨੂੰ ਇਹਨੇ ਕਹਿਣਾ ਵੀ ਇਹ ਅਦਾਰਾ ਫੇਲ ਹੋ ਗਿਆ, ਵੀ ਇਹਨੂੰ ਅਸੀਂ ਜਿਹੜਾ ਕੋਆਪਟ ਕਰਨਗੇ ਸਰਕਾਰੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ। ਉਹਦੇ ਵਿੱਚ ਪ੍ਰਾਈਵੇਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਸੈਲਫ ਫਾਈਨਾਂਸ ਕੋਰਸਸ ਹੋਣਗੇ, ਠੀਕ ਹੈ। ਸਰਕਾਰੀ ਅਦਾਰਿਆਂ 'ਚੋਂ ਹੁਣ ਵੀ ਕਈ ਵਾਰ ਇਹ ਸਵਾਲ ਆਉਂਦਾ ਹੁੰਦਾ ਵੀ 50 ਸੀਟਾਂ ਹੁੰਦੀਆਂ ਸੀ 25 ਰਹਿ ਗਈਆਂ। ਉਹਦੇ ਪਿੱਛੇ ਵੀ ਇਹੀ ਕਾਰਨ ਰਿਹਾ ਕਿ ਪ੍ਰਾਈਵੇਟਾਈਜੇਸ਼ਨ ਕਰਕੇ ਜਿਹੜੀਆਂ 25 ਸੀਟਾਂ ਸ਼ਿਫਟ ਹੁੰਦੀਆਂ ਨਿੱਜੀ ਅਦਾਰਿਆਂ ਦੇ ਵਿੱਚ, ਤੇ ਉਹ ਸਰਕਾਰ ਦਾ ਕਦੀ ਸਬਜੈਕਟ ਰਿਹਾ ਨਹੀਂ। ਪਰ ਇਹ ਸਾਰੇ ਸੋਕੇ ਨੂੰ ਦੇਖ ਕੇ ਜਿਹੜਾ ਇਹਨੇ ਲਗਾਤਾਰ ਅੱਜ ਸਰਕਾਰੀ ਕਾਲਜ ਬਚਾਓ ਨਾਂ ਦਾ ਮੰਚ ਬਣਿਆ, ਅੱਜ ਉਹਦੀ ਪਹਿਲੀ ਕਾਲ ਸੀ ਜਿਹਦੇ ਵਿੱਚ ਸਾਡੀਆਂ ਇਹੀ ਡਿਮਾਂਡਾਂ ਨੇ, ਕਿਉਂਕਿ 2025 'ਚ ਜਿਹੜੇ ਰੈਗੂਲਰ ਭਰਤੀ ਹੋਏ ਨੇ ਟੀਚਰ ਉਹ ਰਿਟਾਇਰ ਹੋ ਜਾਣੇ, ਸਰਕਾਰੀ ਕਾਲਜ ਬਿਲਕੁਲ ਖਾਲੀ ਨੇ। ਤੇ ਸਾਡੀ ਇਹੀ ਡਿਮਾਂਡ ਸੀਗੀ ਕਿ ਜਿਹੜੇ ਸਰਕਾਰੀ ਅਦਾਰੇ ਐਲਾਨ ਕੀਤੇ ਗਏ ਸੀ ਇਹਨਾਂ ਨੇ, ਇੱਕ ਤਾਂ 14 ਨਵੇਂ, ਉਹਨਾਂ ਨੂੰ ਬਹਾਲ ਕੀਤਾ ਜਾਵੇ। ਪੋਸਟਾਂ ਫੌਰੀ ਤੌਰ ਤੇ ਜਿਹੜੀਆਂ ਸੈਂਕਸ਼ਨ ਹੋਈਆਂ ਨੇ ਤੇ ਉਹਨਾਂ ਨੂੰ ਕੱਢਿਆ ਜਾਵੇ। ਗ੍ਰਾਂਟ ਐਂਡ ਏਡ ਤੇ ਕੌਂਸਟੀਚਿਊਂਟ ਜਿਹੜੇ ਕਾਲਜਸ ਨੇ, ਜਿਹੜੇ ਏਡਡ ਕਾਲਜਸ ਨੇ, ਉਹਨਾਂ ਨੂੰ
ਨੂੰ ਵੀ ਸਰਕਾਰੀ ਕਾਲਜਾਂ ਦਾ ਰੁਤਬਾ ਦਿੱਤਾ ਜਾਵੇ, ਕਿਉਂਕਿ 95% ਜਿਹੜੀ ਫੰਡਿੰਗ ਹੈ ਉਹ ਸਰਕਾਰ ਦੇ ਰਹੀ ਆ। ਪਿੱਛੇ ਜੇ ਇੱਕ ਰਿਪੋਰਟ ਆਈ ਸੀ ਕਿ ਜਿਹੜੇ ਏਡਡ ਕਾਲਜ ਨੇ ਇਹਨਾਂ ਦੀ ਜਿਹੜੀ ਫੈਕਲਟੀ ਆ ਉਹ ਜਿਹੜੇ ਰਹਿੰਦੇ ਖੁੰਦੇ ਸਰਕਾਰੀ ਕਾਲਜ ਉਹ 'ਚ ਸ਼ਿਫਟ ਕਰਾਂਗੇ, ਇਹਨਾਂ ਨੂੰ ਪ੍ਰਾਈਵੇਟਾਈਜ਼ ਕਰਕੇ ਉਹ ਗ੍ਰਾਂਟ ਇਨ ਏਡ ਵਾਲਾ ਕੰਮ ਵੀ ਖਤਮ ਕਰਾਂਗੇ। ਤਾਂ ਸਾਡੀ ਡਿਮਾਂਡ ਹੀ ਹੁਣ ਇਹ ਹੈ ਵੀ ਉਹਨਾਂ ਨੂੰ ਵੀ ਸਰਕਾਰੀ ਘੋਸ਼ਿਤ ਕੀਤਾ ਜਾਵੇ ਤੇ ਐਲਾਨ ਕੀਤੇ ਕਾਲਜ ਖੋਲ੍ਹੇ ਜਾਣ, ਫੌਰੀ ਤੌਰ ਤੇ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਨਾਂ ਨੂੰ ਕੱਢਿਆ ਜਾਵੇ ਤੇ ਜਿਹੜੀ ਏਜ ਰਿਲੈਕਸੇਸ਼ਨ ਦਿੱਤੀ ਜਾਵੇ, ਪ੍ਰਾਈਵੇਟਾਈਜੇਸ਼ਨ ਨੂੰ ਖਤਮ ਕੀਤਾ ਜਾਵੇ ਤੇ ਪਬਲਿਕ ਇੰਸਟੀਟਿਊਸ਼ਨ ਨੂੰ ਬਚਾਇਆ ਜਾਵੇ, ਪੰਜਾਬ ਨੂੰ ਬਚਾਇਆ ਜਾਵੇ। ਗੁਰਦੀਪ, ਕਿਵੇਂ ਦੇਖਦੇ ਹੋ ਕਿ ਫੰਡਾਂ ਦੀ ਘਾਟ ਦੇ ਚੱਲਦਿਆਂ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਕਦੇ ਵੀ ਸਰਕਾਰਾਂ ਫੰਡਾਂ ਦੇ ਘਾਟ ਦੇ ਚੱਲਦਿਆਂ ਇਹ ਨਹੀਂ ਕਹਿੰਦੀਆਂ ਵੀ ਅਸੀਂ ਮੰਤਰੀ ਮੰਡਲ ਦੀ ਇੱਕ ਪੋਸਟ ਹੀ ਅਸੀਂ ਉਡਾ ਦਿੰਦੇ ਹਾਂ ਜਾਂ ਇੱਕ ਮੰਤਰੀ ਉਡਾ ਦਿੰਦੇ ਹਾਂ। ਭੱਤੇ ਜਿਹੜੇ ਨੇ ਉਹ ਹਮੇਸ਼ਾ ਵੱਧਦੇ ਨੇ, ਮੰਤਰੀਆਂ ਦੇ ਤਨਖਾਹਾਂ ਨੇ ਉਹ ਵੱਧਦੀਆਂ ਰਹਿੰਦੀਆਂ ਨੇ, ਪਰ ਸਰਕਾਰੀ ਕਾਲਜਾਂ ਬਾਰੇ, ਯੂਨੀਵਰਸਿਟੀਆਂ ਬਾਰੇ ਜਿਹੜੇ ਫੰਡ ਨੇ ਉਹ ਮੁੱਕ ਜਾਂਦੇ ਨੇ। ਗੱਲ ਇਹ ਹੈ, ਤੁਹਾਡੀ ਗੱਲ ਸਹੀ ਹੈ, ਕਦੇ ਸਰਕਾਰ ਨੇ ਸੋਚਿਆ ਹੀ ਨਹੀਂ, ਐਜੂਕੇਸ਼ਨ ਬਾਰੇ ਕਦੇ ਸਰਕਾਰ ਨੇ ਸੋਚਿਆ ਨਹੀਂ, ਕਿਉਂਕਿ ਲਾਕਡਾਊਨ ਦੇ ਵਿੱਚ ਤਾਂ ਸਰਕਾਰ ਨੂੰ ਹੋਰ ਵੀ ਬਹਾਨਾ ਮਿਲ ਗਿਆ ਕਿ ਲੋਕ ਅੰਦਰ ਘਰਾਂ ਦੇ ਵਿੱਚ ਬੰਦ ਪਏ ਨੇ, ਤੇ ਜਦੋਂ ਲੋਕ ਅੰਦਰ ਬੰਦ ਨੇ ਤਾਂ ਉਹਨਾਂ ਨੇ ਬਹਾਨੇ ਦੇ ਨਾਲ ਇਹਨਾਂ ਨੇ, ਜਿਵੇਂ ਪਹਿਲਾਂ ਦੱਸਿਆ, ਬਾਈ ਨੇ ਵੀ ਦੱਸਿਆ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਨੇ ਪਹਿਲਾਂ ਤਾਂ ਉਹੀ ਘੱਟ ਨੇ ਤੇ ਕੁਝ ਬੰਦ ਵੀ ਕਰ ਦਿੱਤੇ ਨੇ। ਸਰਕਾਰ ਦੇ ਜਿਹੜੇ ਮੈਨੀਫੈਸਟੋ ਦੇ ਵਿੱਚ ਵੀ ਹੈਗਾ ਸੀ ਕਿ 50 ਨਵੇਂ ਕਾਲਜ ਖੋਲ੍ਹਣਗੇ, ਉਹ ਵੀ ਨਹੀਂ ਖੋਲ੍ਹੇ ਹੈਗੇ। ਤੇ ਸਾਡਾ ਜਿਹੜਾ ਪਹਿਲਾ ਮੁੱਦਾ ਤਾਂ ਇਹ ਹੈ ਕਿ ਜਿਹੜੇ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਉਹ ਪੋਸਟਾਂ ਭਰੀਆਂ ਜਾਣ। ਸੈਕੰਡ ਜਿਹੜਾ ਹੈਗਾ ਉਹ ਹੈਗਾ ਕਿ ਨਵੇਂ ਕਾਲਜ ਵੀ ਖੋਲ੍ਹੇ ਜਾਣ। ਤੇ ਦੂਜੀ ਗੱਲ ਹੈ, ਇਹਨਾਂ ਨੂੰ ਜੇ ਬਜਟ ਦੀ ਗੱਲ ਲੱਗਦੀ ਹੈ ਤੇ ਬਜਟ ਕਿਤੋਂ ਹੋਰ ਵੀ ਕੱਟ ਸਕਦੇ ਨੇ। ਇਹ ਵਾਧੂ ਦੀਆਂ ਕਈ ਵਾਰ ਵੈਸੇ ਕੁਝ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਬਣਾਈ ਜਾਂਦੇ ਨੇ ਜਾਂ ਕੁਝ ਹੋਰ ਕਰੀ ਜਾਂਦੇ ਨੇ, ਉੱਥੇ ਵੀ ਕੁਝ ਨਾ ਕੁਝ ਕਰਦੇ ਨੇ। ਬਜਟ ਤਾਂ ਕਿਤੇ ਹੋਰ ਪਾਸੇ ਵੀ, ਐਜੂਕੇਸ਼ਨ ਦੇ ਉੱਤੇ ਬਜਟ ਜ਼ਿਆਦਾ ਦੇਣਾ ਚਾਹੀਦਾ ਸਰਕਾਰ ਨੂੰ। ਤੇ ਇਹ ਜੇ ਸਰਕਾਰੀ ਕਾਲਜ ਨਹੀਂ ਖੋਲ੍ਹਣਗੇ ਇਹਦੇ ਲਈ ਗਰੀਬ ਵਰਗ ਬਿਲਕੁਲ ਪਿੱਛੇ ਹਟਣਗੇ। ਉਹਦੇ ਨਾਲ ਇਹ ਹੈ ਕਿਉਂਕਿ ਪ੍ਰਾਈਵੇਟ ਜਿਹੜੇ ਕਾਲਜ ਨੇ ਨਾ ਤਾਂ ਉਹਦੇ 'ਚ ਰਿਜ਼ਰਵੇਸ਼ਨ ਪਾਲਿਸੀ ਲਾਗੂ ਹੁੰਦੀ ਆ ਤੇ ਨਾ ਹੀ ਉਹਨਾਂ ਦੀ ਫੀਸਾਂ ਇੰਨੀਆਂ ਨੇ ਕਿ ਜਿਹੜੇ ਪ੍ਰੋਫੈਸਰ ਨੇ ਜਿਹੜੇ ਟੀਚਰ ਵੀ ਨੇ ਉਹ ਵੀ ਇੰਨਾ ਕਿਸੇ ਦਿਨ ਇਹੋ ਜਿਹੇ ਹਾਲਾਤ ਹੋਣਗੇ ਕਿ ਉਹਨਾਂ ਦੀ ਫੀਸਾਂ ਇੰਨੀਆਂ ਹੋਣਗੀਆਂ, ਸੈਲਫ ਫਾਈਨਾਂਸ ਦੇ ਨਾਮ ਦੇ ਜਿਹੜੇ ਕਾਲਜ ਖੁੱਲ੍ਹਦੇ ਨੇ ਉਹਨਾਂ ਵਿੱਚ ਉਹ ਆਪਣੇ ਬੱਚੇ ਵੀ ਨਹੀਂ ਪੜ੍ਹਾ ਸਕਣਗੇ। ਪ੍ਰਾਈਵੇਟ ਕਾਲਜਾਂ ਦੀਆਂ ਮਨਮਰਜ਼ੀਆਂ ਜ਼ਿਆਦਾ ਹੁੰਦੀਆਂ ਨੇ। ਬਿਲਕੁਲ ਮਨਮਰਜ਼ੀਆਂ ਜ਼ਿਆਦਾ ਹੁੰਦੀਆਂ ਨੇ, ਉੱਥੇ ਜਵਾਕ ਕਈ ਵਾਰ ਧਰਨੇ ਵੀ ਨਹੀਂ ਦੇ ਸਕਦੇ, ਈਵਨ ਕਿ ਟੀਚਰ ਵੀ ਨਹੀਂ ਬੋਲ ਸਕਦੇ। ਕਈ ਕਾਲਜਾਂ 'ਚ ਤਾਂ ਐਂ ਵੀ ਹੈਗਾ ਕਿ ਉਹਨਾਂ ਨੇ ਕਹਿਣਾ ਅਸੀਂ ਤੁਹਾਨੂੰ 25,000 ਸੈਲਰੀ ਦਿੰਦੇ ਹਾਂ ਉਹਦੇ ਵਿੱਚ ਖਾਤੇ ਦੇ ਵਿੱਚ, ਤੇ ਉਸ ਤੋਂ ਬਾਅਦ ਤੁਸੀਂ 5-7,000 ਰੁਪਏ ਸਾਨੂੰ ਕਢਵਾ ਕੇ ਦੇ ਦਿਓ। ਐਂ ਵੀ ਹੁੰਦਾ, ਬਿਲਕੁਲ ਇੱਦਾਂ ਵੀ ਹੁੰਦਾ। ਤੇ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਲੁੱਟ ਮਚਾਈ ਪਈ ਆ, ਟੀਚਰਾਂ ਦੇ ਨਾਲ ਵੀ ਪ੍ਰੋਬਲਮ ਹੈਗੀ ਆ ਤੇ ਬੱਚਿਆਂ ਦੇ ਨਾਲ ਵੀ, ਉਹ ਬੱਚਿਆਂ ਦੇ ਖਿਲਾਫ। ਜੇ ਇਸ ਤਰ੍ਹਾਂ ਸਰਕਾਰੀ ਕਾਲਜ ਹੀ ਬੰਦ ਹੋ ਗਏ ਜਾਂ 2 ਦਹਾਕਿਆਂ ਤੋਂ ਉੱਥੇ ਭਰਤੀਆਂ ਹੀ ਨਹੀਂ ਕੀਤੀਆਂ ਗਈਆਂ ਤਾਂ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ, ਸਰਕਾਰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਸਰਕਾਰ ਦੇ ਲਈ ਐਜੂਕੇਸ਼ਨ ਮੈਟਰ ਹੀ ਨਹੀਂ ਹੈ, ਕਿਉਂਕਿ ਲੋਕ ਪੜ੍ਹਨਗੇ ਤਾਂ ਸਰਕਾਰ ਦੇ ਖਿਲਾਫ ਸਵਾਲ ਉਠਾਉਣਗੇ ਤੇ ਉਹ ਰੁਜ਼ਗਾਰ ਮੰਗਣਗੇ। ਇਸ ਤੋਂ ਵਧੀਆ ਫਿਰ ਸਰਕਾਰ ਇਹੀ ਚਾਹੁੰਦੀ ਹੈ ਕਿ ਪੜ੍ਹਾਈ ਹੀ, ਐਜੂਕੇਸ਼ਨ ਜਿਹੜੇ ਇੰਸਟੀਟਿਊਸ਼ਨ ਨੇ ਉਹੀ ਬੰਦ ਕਰ ਦਿੱਤੇ ਜਾਣ। ਪ੍ਰਾਈਵੇਟ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ 'ਚ ਪੜ੍ਹਨ ਲਈ ਲੋਕਾਂ ਕੋਲ ਪੈਸੇ ਨਹੀਂ ਹੋਣੇ ਹੈਗੇ ਤੇ ਇਸ ਲਈ ਇਹ ਸਰਕਾਰੀ ਕਾਲਜ ਬੰਦ ਕਰਕੇ ਤੇ ਜਿਹੜੇ ਲੋਕਾਂ ਨੂੰ ਸਿੱਖਿਆ ਤੋਂ ਵਾਂਝਾ ਕਰਨਾ ਚਾਹੁੰਦੇ। ਤੁਹਾਡੀਆਂ ਜਿਹੜਾ ਮੰਗ ਪੱਤਰ ਅੱਜ ਦੇਣਾਗਾ ਉਹਦੇ 'ਚ ਮੰਗ ਪੱਤਰ ਦੇ ਵਿੱਚ ਮੇਨ ਮੰਗਾਂ ਕੀ ਰਹਿਣਗੀਆਂ? ਸਭ ਤੋਂ ਪਹਿਲੀ ਮੰਗ ਤਾਂ ਇਹੀ ਹੈ ਕਿ ਜਿਹੜੀਆਂ ਨੇ ਪੋਸਟਾਂ ਕੱਢੀਆਂ ਜਾਣ, ਜਿਹੜੀਆਂ ਪੋਸਟਾਂ ਇਹਨਾਂ ਨੇ ਸੈਂਕਸ਼ਨ ਕੀਤੀਆਂ ਸੀ, ਜਿਵੇਂ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਵੀ ਹੋਈ ਸੀ 6-7 ਮਹੀਨੇ ਪਹਿਲਾਂ, ਜਿਹਦੇ 'ਚ ਇਹਨਾਂ ਨੇ ਆਲਰੇਡੀ ਡਿਸਾਈਡ ਕਰ ਲਿਆ ਸੀ, ਪਰ ਉਸ ਤੋਂ ਬਾਅਦ ਸੈਕੰਡ ਵੇਵ ਦੇ ਬਹਾਨੇ ਨਾਲ ਉਹ ਨਹੀਂ ਕੱਢੀਆਂ। ਤੇ ਦੂਜੀ ਗੱਲ ਹੈ, ਨਵੇਂ ਕਾਲਜ ਵੀ ਖੋਲ੍ਹੇ ਜਾਣ ਤੇ ਜਿਹੜੇ ਸੈਲਫ ਫਾਈਨਾਂਸ ਕਾਲਜ ਨੇ ਉਹਨਾਂ ਨੂੰ ਵੀ ਜਿਹੜਾ ਨਾਰਮਲ ਕੀਤਾ ਜਾਵੇ ਤੇ ਜਿਹੜੇ ਜਿੱਦਾਂ ਕਨਸਟੀਟਿਊਐਂਟ ਕਾਲਜ ਵਗੈਰਾ ਨੇ ਉਹਨਾਂ ਨੂੰ, ਕਈਆਂ ਜਿਹੜੇ ਦੂਜੇ ਅਦਾਰੇ ਨੇ ਉਹਨਾਂ ਨੂੰ ਸਰਕਾਰੀ ਕਾਲਜ ਦਾ ਦਰਜਾ ਦਿੱਤਾ ਜਾਵੇ। ਤੇ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਜਿਹੜਾ ਕਹਿ ਸਕਦੇ ਹਾਂ ਹੋਰ ਤਿੱਖਾ ਹੋਊਗਾ? ਸੰਘਰਸ਼ ਬਿਲਕੁਲ ਹੋਰ ਤਿੱਖਾ ਹੋਊਗਾ ਜ਼ਰੂਰ, ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਸੋ ਇਹ ਸੀਗੇ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਸਾਡੇ ਨਾਲ ਗੁਰਦੀਪ ਹੋਰੀ। ਤਾਂ ਸਰਕਾਰਾਂ ਨੂੰ ਜਿਹੜੀਆਂ ਮੇਨ ਮੰਗਾਂ ਨੇ, ਸਰਕਾਰੀ ਦਰਬਾਰੇ ਉਹਨਾਂ ਦੀ ਇਹੀ ਨੇ ਕਿ ਜਿਹੜੀਆਂ 2 ਦਹਾਕਿਆਂ ਤੋਂ ਭਰਤੀਆਂ ਰੋਕੀਆਂ ਗਈਆਂ ਨੇ ਉਹ ਕੀਤੀਆਂ ਜਾਣ। ਸਰਕਾਰਾਂ ਲਈ ਕੋਈ ਔਖੀ ਗੱਲ ਨਹੀਂ ਹੁੰਦੀ। ਸਰਕਾਰਾਂ ਜੇ ਮੰਤਰੀਆਂ ਦੇ ਭੱਤੇ ਵਧਾ ਸਕਦੀਆਂ, ਤਨਖਾਹਾਂ ਵਧਾ ਸਕਦੀਆਂ ਤੇ ਆਮ ਹਰੇਕ ਖਿਡਾਰੀਆਂ ਨੂੰ ਸਰਕਾਰਾਂ ਪੈਸੇ ਦੇ ਸਕਦੀਆਂ ਨੇ ਕਰੋੜਾਂ ਲੱਖਾਂ, ਤਾਂ ਵਿਦਿਅਕ ਅਦਾਰੇ ਜਿਨ੍ਹਾਂ ਦੇ ਵਿੱਚੋਂ ਹੀ ਖਿਡਾਰੀ ਨਿਕਲਦੇ ਨੇ, ਜਿਨ੍ਹਾਂ ਦੇ ਵਿੱਚੋਂ ਹੀ ਸਿਆਸਤਦਾਨ ਨਿਕਲਦੇ ਨੇ, ਜਿਨ੍ਹਾਂ ਦੇ ਵਿੱਚੋਂ ਪ੍ਰੋਫੈਸਰ ਨਿਕਲਦੇ ਨੇ, ਤਾਂ ਸਰਕਾਰਾਂ ਉਹਨਾਂ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਨਾ ਜਾਣ। ਤਾਂ ਉਹਨਾਂ ਲਈ ਫੰਡ ਕੱਢਣਾ ਜਿਹੜਾ ਸਰਕਾਰਾਂ ਦੇ ਲਈ ਕੋਈ ਔਖੀ ਗੱਲ ਨਹੀਂ ਆ। ਸਾਡੇ ਨਾਲ ਪਟਿਆਲਾ ਯੂਨੀਵਰਸਿਟੀ ਤੋਂ ਨੇ। ਮੈਮ, ਕਿਵੇਂ ਦੇਖਦੇ ਹੋ ਪੂਰੇ ਵਰਤਾਰੇ? ਸਰ ਦੇਖੋ, ਜਿਹੜਾ ਅਸੀਂ ਅਜੇ ਪ੍ਰੋਟੈਸਟ ਕਰ ਰਹੇ ਹਾਂ, ਸਰਕਾਰੀ ਕਾਲਜ ਬਚਾਓ ਮੰਚ ਦੇ ਨਾਮ ਹੇਠ ਕਰ ਰਹੇ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਅਸੀਂ ਸਮਝਦੇ ਹਾਂ ਕਿ ਜਿਹੜੇ ਮਤਲਬ ਇੱਥੋਂ ਦੀਆਂ ਸਰਕਾਰਾਂ ਦੇ ਦੁਆਰਾ ਲਗਾਤਾਰ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ, ਕੋਈ ਵੀ ਸਰਕਾਰ ਜਦੋਂ ਸੱਤਾ 'ਚ ਆਉਂਦੀ ਹੈ ਤਾਂ ਉਹਨਾਂ ਦੇ ਦੁਆਰਾ
ਆਪਣਾ ਜਦੋਂ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ। ਜਿਹੜੀ ਮੌਜੂਦਾ ਸਰਕਾਰ ਵੀ ਜਦੋਂ 2017 ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਇਹਨਾਂ ਨੇ ਵੀ ਆਪਣੀ ਮੈਨੀਫੈਸਟੋ ਦੇ ਵਿੱਚ ਜਦੋਂ ਜਨਵਰੀ 'ਚ ਲਾਂਚ ਕੀਤਾ ਆਪਦਾ ਮੈਨੀਫੈਸਟੋ ਤਾਂ ਇਹਦੇ ਵਿੱਚ ਇਹਨਾਂ ਨੇ ਐਜੂਕੇਸ਼ਨ ਦਾ ਅਲੱਗ ਤੋਂ ਬਜਟ ਬਣਾਇਆ ਸੀ, ਵੂਮਨਸ ਔਰਤਾਂ ਦੇ ਲਈ ਕੁੜੀਆਂ ਦੇ ਲਈ ਅਲੱਗ ਤੋਂ ਮਤਲਬ ਇਹਨਾਂ ਨੇ ਬਹੁਤ ਸਾਰੀਆਂ ਨੀਤੀਆਂ ਘੜੀਆਂ ਸੀ। ਪਰ ਉਹਦੇ 'ਚੋਂ ਅੱਜ 4 ਸਾਲ ਹੋ ਗਏ ਪ੍ਰੈਕਟੀਕਲੀ ਕੀ ਇੰਪਲੀਮੈਂਟ ਕੀਤਾ, ਜਿਹਦੇ ਵਿੱਚ GDP ਦੇ ਵਿੱਚ ਉਹਨਾਂ ਨੇ 6% ਕਿਹਾ ਸੀ ਕਿ ਅਸੀਂ ਐਜੂਕੇਸ਼ਨ ਤੇ ਲਾਵਾਂਗੇ, ਕੁੜੀਆਂ ਦੀ ਨਰਸਰੀ ਤੋਂ ਲੈ ਕੇ PhD ਤੱਕ ਦੀ ਪੜ੍ਹਾਈ ਮੁਫਤ ਕਰਾਂਗੇ, ਸਰਕਾਰੀ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਪ੍ਰੋਫੈਸਰਾਂ ਦੀਆਂ ਭਰਤੀਆਂ ਕਰਾਂਗੇ। ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਉਲਟਾ। ਜਿਹੜਾ ਸਾਡਾ GDP ਦੇ ਵਿੱਚ ਪਹਿਲਾਂ ਮਤਲਬ ਬਜਟ ਵੱਧ ਹੁੰਦਾ ਸੀ ਉਹ ਘਟਦਾ 2% ਦੇ ਨੇੜੇ ਲੈ ਗਏ। ਹਾਂਜੀ ਹਾਂ, ਤਾਂ ਉਹਦੇ ਵਿੱਚ ਜਿਹੜੀ ਅਸੀਂ ਅੱਜ ਇਹ ਮਤਲਬ ਧਰਨਾ ਕਰ ਰਹੇ ਹਾਂ, ਇਸ ਧਰਨਾ ਸਾਡਾ ਇਹ ਲਗਾਉਣ ਦਾ ਕੀ ਮਤਲਬ ਮਕਸਦ ਆ ਕਿ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ, ਸਰਕਾਰੀ ਕਾਲਜ ਨੇ, ਉਹਦੇ ਵਿੱਚ ਜਿਹੜੀਆਂ ਸਰਕਾਰੀ ਭਰਤੀਆਂ ਕੀਤੀਆਂ ਜਾਣ ਜਿਹੜੀਆਂ ਮਤਲਬ ਲੰਬੇ ਸਮੇਂ ਤੋਂ ਰੋਕੀਆਂ ਹੋਈਆਂ ਨੇ, ਜਿਹਦੇ ਵਿੱਚ ਤੁਸੀਂ ਦੇਖੋ 1873 ਮਤਲਬ ਮਨਜ਼ੂਰਸ਼ੁਦਾ ਅਸਾਮੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ, ਉਹਦੇ ਵਿੱਚ ਕਰੀਬ 350 ਹੀ ਮੌਜੂਦਾ ਵਿੱਚ ਜਿਹੜੇ ਰੈਗੂਲਰ ਪ੍ਰੋਫੈਸਰ ਹੈਗੇ ਨੇ, ਉਹਦੇ ਵਿੱਚ 350 ਦੇ ਵਿੱਚੋਂ ਆਉਣ ਵਾਲੇ 5-7 ਸਾਲਾਂ ਦੇ ਵਿੱਚ 300 ਉਹਨਾਂ ਚੋਂ ਵੀ ਰਿਟਾਇਰ ਹੋ ਜਾਣਗੇ। ਜਿਹੜੇ ਗੈਸਟ ਐਕਸਪੀਰੀਅੰਸ ਤੇ ਪੜਾਉਂਦੇ ਨੇ ਨਿਆਣੇ, ਮੇਰੇ ਖਿਆਲ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ, ਤਾਂ ਉਹਨਾਂ ਦੇ ਜ਼ਮੀਨੀ ਪੱਧਰ ਦੇ ਹਾਲਾਤ ਕੀ ਨੇ? ਪਿੱਛੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਵੀ ਚੱਲਿਆ ਸੀ ਕਿ ਤੁਹਾਡੇ ਸਟੇਸ਼ਨ ਬਦਲੇ ਜਾ ਰਹੇ ਨੇ। ਹਾਂਜੀ ਹਾਂ, ਦੇਖੋ ਮੈਂ ਵਿਦਿਆਰਥਣ ਹਾਂ ਵੈਸੇ ਪੰਜਾਬੀ ਯੂਨੀਵਰਸਿਟੀ ਦੀ, ਪਰ ਜਿਹੜੇ ਗੈਸਟ ਫੈਕਲਟੀ ਅਧਿਆਪਕ ਨੇ ਉਹ ਵੀ ਦੇਖੋ ਸਾਡੇ ਭੈਣ ਭਾਈ ਹੀ ਨੇ, ਕਿਉਂਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਸਕਾਲਰ ਨੇ, ਇੱਥੋਂ ਪੜ੍ਹ ਕੇ ਗਏ ਨੇ, ਉੱਥੋਂ ਹੀ ਉਹਨਾਂ ਦੀਆਂ ਮਤਲਬ ਉੱਥੇ ਜਿੱਥੇ ਪ੍ਰੋਫੈਸਰਾਂ ਮਤਲਬ ਕਾਲਜਾਂ ਦੇ ਵਿੱਚ ਉਹਨਾਂ ਦੀ ਭਰਤੀ ਹੋਈ ਆ, ਪਰ ਅੱਜ ਉਹਨਾਂ ਦੀ ਹਰਾਸਮੈਂਟ ਵੀ ਉਨੀ ਹੀ ਹੋ ਰਹੀ ਆ। ਅਸੀਂ ਮਤਲਬ ਜਿਹੜੀ ਸਾਡੀ ਇਹ ਮੰਗ ਆ ਸਾਡੀ ਇਕੱਲੀ ਵਿਦਿਆਰਥੀਆਂ ਵੱਲੋਂ ਨਹੀਂ ਹੈਗੀ, ਉਹਨਾਂ ਅਧਿਆਪਕਾਂ ਲਈ ਵੀ ਆ, ਕਿਉਂਕਿ ਉਹਨਾਂ ਨੇ ਜਿਹੜੇ ਸਰਕਾਰ ਦੇ ਇੱਕ ਬੈਰੀਅਰ ਹੁੰਦੇ ਜਿਹੜੇ ਇੱਕ ਉਹਨਾਂ ਨੇ ਟੈਸਟ ਲਾਏ ਹੁੰਦੇ ਆ ਕਿ CTET ਪਾਸ ਕਰੋ, PTET ਪਾਸ ਕਰੋ, B.Ed ਕੀਤੀ ਹੋਵੇ, ਮਤਲਬ ਜੋ ਵੀ ਉਹਨਾਂ ਦਾ ਇੱਕ ਕ੍ਰਾਈਟੇਰੀਆ ਹੁੰਦਾ ਸਾਰਾ ਉਹ ਲੰਘ ਕੇ ਉੱਥੇ ਤੱਕ ਪਹੁੰਚਦੇ ਨੇ। ਪਰ ਫਿਰ ਵੀ ਗੈਸਟ ਫੈਕਲਟੀ ਅਧਿਆਪਕਾਂ ਨੂੰ ਯੂਨੀਵਰਸਿਟੀ ਅੱਗੇ ਧਰਨਾ ਲਾਉਣਾ ਪੈਂਦਾ, ਪਟਿਆਲੇ ਦੇ ਵਿੱਚ ਧਰਨੇ ਲਾਉਣੇ ਪੈਂਦੇ ਨੇ। ਤਾਂ ਇਹ ਸਰਕਾਰਾਂ ਦੀ ਨਲਾਇਕੀ ਅੱਜ ਜਿਹੜੀਆਂ ਸਾਡੀਆਂ ਸਰਕਾਰੀ ਸੰਸਥਾਵਾਂ ਨੂੰ ਲਗਾਤਾਰ ਡੋਬਣ ਤੇ ਤੁਲੀ ਹੋਈ ਆ, ਚਾਹੇ ਉਹ ਸਰਕਾਰੀ ਹਸਪਤਾਲ ਨੇ, ਚਾਹੇ ਉਹ ਸਾਡਾ ਰੇਲਵੇ ਮਹਿਕਮਾ, ਚਾਹੇ ਉਹ ਬਿਜਲੀ ਬੋਰਡ ਆ, ਸਾਰਾ ਕੁਝ ਪ੍ਰਾਈਵੇਟ ਕਰ ਰਿਹਾ। ਤਾਂ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਯੂਨੀਵਰਸਿਟੀਆਂ ਦੇ ਵਿੱਚ ਸਾਰਿਆਂ 'ਚ ਹੋ ਰਹੀ ਆ, ਤਾਂ ਉਹਦੇ ਤਹਿਤ ਜਿਹੜੀਆਂ ਸਰਕਾਰੀ ਕਾਲਜ ਨੇ, ਸਰਕਾਰੀ ਸਕੂਲ ਨੇ, ਉਹਨਾਂ ਦਾ ਭੋਗ ਪਾਇਆ ਜਾ ਰਿਹਾ। ਇੱਥੋਂ ਦੀਆਂ ਸਰਕਾਰਾਂ ਵਾਅਦੇ ਹੋਰ ਕਰਦੀਆਂ ਨੇ। ਸਰਕਾਰੀ ਸਕੂਲ ਤੁਸੀਂ ਦੇਖੋ 2000 ਜਦੋਂ ਸੱਤਾ 'ਚ ਆਈ ਹੈ ਕੈਪਟਨ ਸਰਕਾਰ, ਤਾਂ ਇਹਨਾਂ ਨੇ 800 ਜਿਹੜੇ ਸਰਕਾਰੀ ਸਕੂਲ ਨੇ ਮਰਜ ਕਰਤੇ। ਹੁਣ ਮਰਜ ਕਰਨ ਦਾ ਕੀ ਮਕਸਦ? 800 ਬੰਦ ਹੋ ਗਏ ਤਾਂ 800 ਨੂੰ ਉਹਨਾਂ ਨੂੰ ਦੂਜੇ ਪਿੰਡਾਂ, ਤਾਂ ਇਹਦੇ ਨਾਲ ਕੀ ਹੋਇਆ, ਜਿਹੜੇ ਪਿੰਡਾਂ ਦੇ ਸਕੂਲ, ਪਿੰਡਾਂ ਦੇ ਬੱਚੇ ਨੇ, ਖਾਸ ਕਰਕੇ ਪਿੰਡਾਂ ਦੀਆਂ ਕੁੜੀਆਂ ਨੇ, ਤਾਂ ਉਹਨਾਂ ਲਈ ਸਿੱਖਿਆ ਦੂਰ ਹੋ ਗਈ। ਤਾਂ ਐਵੇਂ ਸਰਕਾਰੀ ਕਾਲਜ ਨੇ, ਅੱਜ ਪੰਜਾਬ ਦੇ ਵਿੱਚ 47 ਕਾਲਜ ਨੇ, ਪਰ ਜਿਹੜੇ ਸਾਡੇ ਨਾਲ ਲੱਗਦੇ ਸੂਬੇ ਨੇ, ਜਿਵੇਂ ਅਸੀਂ ਹਰਿਆਣੇ ਦੀ ਗੱਲ ਕਰਦੇ ਹਾਂ, ਹਿਮਾਚਲ ਪ੍ਰਦੇਸ਼ ਦੀ ਗੱਲ, ਹਿਮਾਚਲ ਪ੍ਰਦੇਸ਼ ਦੇ ਵਿੱਚ 97 ਨੇ ਸਰਕਾਰੀ ਕਾਲਜ, ਹਰਿਆਣੇ ਦੇ ਵਿੱਚ 170 ਨੇ ਸਰਕਾਰੀ ਕਾਲਜ, ਪਰ ਉਹਨਾਂ ਦੀ ਆਬਾਦੀ ਪੰਜਾਬ ਨਾਲੋਂ ਘੱਟ ਆ। ਤਾਂ ਉੱਥੇ ਭਰਤੀਆਂ ਵੀ ਲਗਾਤਾਰ ਸਰਕਾਰਾਂ ਕੱਢਦੀਆਂ ਰਹਿੰਦੀਆਂ ਨੇ। ਅਸੀਂ ਐਂ ਨਹੀਂ ਕਹਿੰਦੇ ਸਰਕਾਰਾਂ ਕੋਈ ਚੰਗੀਆਂ ਨੇ, ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ, ਪਰ ਉਹ ਫਿਰ ਵੀ ਭਰਤੀਆਂ ਕੱਢਦੇ ਨੇ ਕੁਛ ਨਾ ਕੁਛ, ਜਿਹਦੇ 'ਚ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵੀ ਉਧਰ ਮਤਲਬ ਆਪਦੇ ਟੈਸਟ ਭਰਦੇ ਨੇ, ਉਧਰ ਵੀ ਕਈਆਂ ਦੀ ਹੋਈ ਆ। ਮਤਲਬ ਇਹਨਾਂ ਨੂੰ ਬਹੁਤ ਸਾਰੇ ਸਟੂਡੈਂਟ ਸੁਣ ਰਹੇ ਨੇ ਇਸ ਮਸਲੇ ਤੇ ਕਿੰਨਾ ਕੁ ਗੰਭੀਰ ਹੋਣ ਦੀ ਲੋੜ, ਕਿੰਨਾ ਗੰਭੀਰ ਹੋਣ ਦੀ ਲੋੜ ਆ? ਜਿਹੜੇ ਸਟੂਡੈਂਟ ਅੱਜ ਨਹੀਂ ਵੀ ਆਏ, ਕਿੰਨਾ ਗੰਭੀਰ ਹੋਣ ਦੀ ਲੋੜ? ਦੇਖੋ ਇਸ ਮਸਲੇ ਤੇ ਬਹੁਤ ਜ਼ਿਆਦਾ ਗੰਭੀਰ ਹੋਣ ਦੀ ਲੋੜ ਆ। ਇਹ ਕੋਈ ਇੱਕ ਵਿਦਿਆਰਥੀ ਜਥੇਬੰਦੀ ਦਾ, ਇੱਕ ਅਧਿਆਪਕ ਜਥੇਬੰਦੀ ਦਾ ਜਾਂ ਇਕੱਲੇ ਇੱਕ ਇੰਡੀਵਿਜੂਅਲ ਪਰਸਨ ਦਾ ਮਸਲਾ ਨਹੀਂ ਹੈਗਾ, ਇਹ ਸਾਡੇ ਸਾਰੇ ਪੰਜਾਬ ਨਾਲ ਜੁੜਿਆ ਹੋਇਆ ਮਸਲਾ। ਅਸੀਂ ਅੱਜ ਤੁਹਾਡੇ ਚੈਨਲ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਖਾਸ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜਦੋਂ 1991-92 ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਆਈਆਂ ਸੀ, ਤਾਂ ਉਦੋਂ ਜਿਹੜੇ ਖੇਤੀ ਕਾਨੂੰਨ ਅੱਜ 2020 ਦੇ ਵਿੱਚ ਜਾ ਕੇ ਪਾਸ ਹੋਏ ਆ, 30 ਸਾਲਾਂ ਦੇ ਵਿੱਚ ਇਹਨਾਂ ਨੇ ਪਾਸ ਕੀਤੇ ਆ। ਤੇ ਜੇ ਅਸੀਂ ਨਹੀਂ ਬੋਲਦੇ, ਅੱਜ ਸਿੱਖਿਆ ਦਾ ਜਿਹੜਾ ਇਹਨਾਂ ਨੇ ਘਾਣ ਕਰਨਾ ਸ਼ੁਰੂ ਕੀਤਾ ਹੋਇਆ, ਆਉਣ ਵਾਲੇ ਸਾਨੂੰ 30 ਸਾਲ ਵੇਟ ਕਰਨ ਦੀ ਲੋੜ ਨਹੀਂ, 5-6 ਸਾਲਾਂ ਦੇ ਵਿੱਚ ਹੀ ਦੇਖਿਓ ਸਿੱਖਿਆ ਦਾ ਬਣਦਾ ਕੀ ਆ। ਤੇ ਸਰਕਾਰੀ ਸੰਸਥਾਵਾਂ ਬੰਦ ਹੋ ਜਾਣਗੀਆਂ, ਪੜ੍ਹਾਈ ਸਾਡੇ ਆਮ ਲੋਕਾਂ ਦੇ ਹੱਥ 'ਚੋਂ ਚਲੀ ਜਾਣੀ ਆ। ਅਸੀਂ ਮਜਬੂਰ ਹੋਵਾਂਗੇ ਦਿਹਾੜੀਆਂ ਕਰਨ ਦੇ ਲਈ, ਮਜਬੂਰ ਹੋਵਾਂਗੇ ਦੂਜੇ ਕੰਮ ਕਰਨ ਦੇ ਲਈ, ਰੁਜ਼ਗਾਰ ਪਹਿਲਾਂ ਹੀ ਨਹੀਂ ਹੈਗਾ। ਤਾਂ ਦੋਸਤੋ, ਅਸੀਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਇਸ ਮੰਚ ਦੇ ਨਾਲ ਜੁੜੀਏ, ਕਿਉਂਕਿ ਇਹ ਮੰਚ ਸਾਰਿਆਂ ਲਈ ਖੁੱਲ੍ਹਾ। ਇਹਦੇ 'ਚ ਵਿਦਿਆਰਥੀ, ਜਿਹੜੇ ਅਧਿਆਪਕ ਨੇ, ਗੈਸਟ ਫੈਕਲਟੀ, ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਆਪਾਂ ਇਕੱਠਾ ਹੋ ਕੇ ਰੈਗੂਲਰ ਭਰਤੀਆਂ ਦੇ ਲਈ, ਸਰਕਾਰੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਵਧਾਉਣ ਦੇ ਲਈ ਇਹਨਾਂ ਦੇ ਲਈ ਲੜੀਏ। ਬਹੁਤ ਸ਼ੁਕਰੀਆ। ਸੋ ਜੇਕਰ ਗੱਲ ਕਰੀਏ ਗੁਆਂਢੀ ਸੂਬਿਆਂ ਦੀ, ਭਾਵੇਂ ਹਰਿਆਣੇ ਦੀ, ਹਿਮਾਚਲ ਦੀ, ਕਰਮਵਾਰ ਇੱਕ ਜਗ੍ਹਾ 97 ਸਰਕਾਰੀ ਕਾਲਜ ਨੇ, ਇੱਕ ਥਾਂ ਤੇ 117 ਸਰਕਾਰੀ ਕਾਲਜ ਨੇ, ਪਰ ਪੰਜਾਬ ਦੇ ਵਿੱਚ ਟੋਟਲ 47 ਨੇ। ਹਾਲਾਂਕਿ ਹਰਿਆਣੇ ਤੇ ਹਿਮਾਚਲ ਦੀ ਜਿਹੜੀ ਵਸੋਂ ਦੀ ਗਿਣਤੀ ਆ ਉਹ ਪੰਜਾਬ ਦੇ ਮੁਕਾਬਲੇ ਘੱਟ ਆ, ਜਿਵੇਂ ਉਹਨਾਂ ਨੇ ਦੱਸਿਆ। ਸਿਰਫ ਪੰਜਾਬ ਦੇ ਵਿੱਚ 47 ਨੇ, ਤੇ ਉਹਨਾਂ ਨੂੰ ਵੀ ਜਿਹੜਾ ਪ੍ਰਾਈਵੇਟ ਕਰਨ ਦੀ, ਬੰਦ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤਾਂ ਸਟੂਡੈਂਟ ਨੇ, ਜੇਕਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇੱਕ ਤਾਂ ਰੈਗੂਲਰ
ਇੱਕ ਤਾਂ ਜਿਹੜੀ ਰੈਗੂਲਰ ਭਰਤੀ ਆ ਉਹ ਕੀਤੀ ਜਾਵੇ ਤੇ ਜੇਕਰ ਇਹਨਾਂ ਦੀ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਇਹ ਹੋਰ ਤਿੱਖਾ ਕਰਨਗੇ। ਪੰਜਾਬ ਦੇ ਜਿੰਨੇ ਵੀ ਸਟੂਡੈਂਟ ਨੇ ਜਿਹੜੇ 12ਵੀਂ ਤੋਂ ਬਾਅਦ ਕਾਲਜਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਇਸ ਪ੍ਰਤੀ ਜਿਹੜਾ ਗੰਭੀਰ ਹੋਣ ਦੀ ਬਹੁਤ ਲੋੜ ਆ। ਨਹੀਂ ਤਾਂ ਕਹਿੰਦੇ ਵੀ ਆਉਣ ਵਾਲੇ 4-5 ਸਾਲਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਜਦੋਂ ਸਰਕਾਰੀ ਕਾਲਜ ਜਾਂ ਬੰਦ ਹੋ ਜਾਣਗੇ ਜਾਂ ਉਹਨਾਂ ਦਾ ਪ੍ਰਾਈਵੇਟ ਕਰ ਦਿੱਤਾ ਜਾਊਗਾ। ਪੰਜਾਬ ਆ ਜਿਹੜਾ ਪ੍ਰਾਈਵੇਟ ਕਰਨ ਦੀ ਜਿਹੜੀ ਮਾਰ ਆ ਉਹ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ। ਜਦੋਂ ਜਿਹੜੀਆਂ ਚੀਜ਼ਾਂ ਵੀ ਪੰਜਾਬ ਦੇ ਵਿੱਚ ਚੀਜ਼ਾਂ ਦਾ ਪ੍ਰਾਈਵੇਟ ਕਰਨ ਹੋਇਆ ਤਾਂ ਉਹ ਆਪਣੀ ਮਨਮਰਜ਼ੀ ਕਰਦੀਆਂ ਨੇ ਤਾਂ ਲੋਕਾਂ ਨੂੰ ਫਿਰ ਜਿਹੜੇ ਸੰਘਰਸ਼ ਨੇ ਉਹ ਵਿੱਢਣੇ ਪੈਂਦੇ ਨੇ। ਪਰ ਬਹੁਤ ਥਾਵਾਂ ਤੇ ਤਾਂ ਤੁਸੀਂ ਪ੍ਰਾਈਵੇਟ ਅਦਾਰਿਆਂ ਦੇ ਅੱਗੇ ਸੰਘਰਸ਼ ਵੀ ਨਹੀਂ ਵਿੱਢ ਸਕਦੇ ਕਿਉਂਕਿ ਉਹਨਾਂ ਤੇ ਬਹੁਤ ਸਾਰੇ ਜਿਹੜੇ ਰੂਲ ਨੇ ਉਹ ਲਾਗੂ ਹੀ ਨਹੀਂ ਹੁੰਦੇ। ਸੋ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਅੱਜ ਮੰਨ ਲਈਆਂ ਜਾਂਦੀਆਂ ਨੇ, ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਮੰਨ ਲਈਆਂ ਜਾਂਦੀਆਂ ਨੇ ਜਾਂ ਫਿਰ ਇਹ ਸੰਘਰਸ਼ ਹੋਰ ਤਿੱਖਾ ਕਰਨਗੇ। ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ। ਕੈਮਰਾਮੈਨ ਸੋਨੂ ਜਾਂਸਲਾ ਦੇ ਨਾਲ ਮੈਂ ਸਫਰ ਮੋਹਾਲੀ ਤੋਂ।